ਹਾਈਕੋਰਟ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਲਗਾਈ 3 ਦਿਨਾਂ ਦੇ ਲਈ ਰੋਕ। ਸੁਪਰੀਮ ਕੋਰਟ ਦਾ ਰੁਖ ਕਰਨ ਦੇ ਲਈ ਦਿੱਤਾ ਗਿਆ ਸਮਾਂ। ਮਜੀਠੀਆ ਦੇ ਵੱਲੋਂ ਚੋਣਾਂ ਦਾ ਹਵਾਲਾ ਦੇ ਕੇ 7 ਦਿਨ ਦੀ ਮੰਗੀ ਗਈ ਸੀ ਮੋਹਲਤ। ਮਜੀਠੀਆ ਮਾਮਲੇ ਤੇ ਕਾਂਗਰਸ ਤੇ ਅਕਾਲੀ ਹੋਏ ਆਮੋ ਸਾਹਮਣੇ। ਰੰਧਾਵਾ ਬੋਲੇ ਬਦਲਾਖੋਰੀ ਨਹੀਂ, ਲੱਖਾਂ ਬਦ ਦੁਆਵਾਂ ਦਾ ਮਿਲਿਆ ਸਿਲਾ। ਤਾਂ ਸੁਖਬੀਰ ਨੇ ਵੀ ਕੀਤਾ ਚੈਲੰਜ, ਡਰੱਗ ਮਾਮਲੇ 'ਚ ਵਿਕਰਮ ਦੇ ਖਿਲਾਫ ਸਬੂਤ ਪੇਸ਼ ਕਰ ਦੇਣ, ਮੈਂ ਛੱਡ ਦਿਆਂਗਾ ਸਿਆਸਤ। ਨਾਮਜ਼ਦਗੀ ਭਰਨ ਦੇ ਲਈ ਸੁਖਪਾਲ ਖਹਿਰਾ ਨੇ ਕੀਤਾ ਕੋਰਟ ਦਾ ਰੁਖ। ਮੋਹਾਲੀ ਅਦਾਲਤ ਨੇ ਈਡੀ ਤੇ ਪੰਜਾਬ ਸਰਕਾਰ ਨੂੰ 27 ਜਨਵਰੀ ਦੇ ਲਈ ਜਾਰੀ ਕੀਤਾ ਨੋਟਿਸ। ਭਲੱਥ ਤੋਂ ਕਾਂਗਰਸ ਦੇ ਉਮੀਦਵਾਰ ਨੇ ਸੁਖਪਾਲ ਖਹਿਰਾ। 27 ਜਨਵਰੀ ਨੂੰ ਪੰਜਾਬ 'ਚ ਚੋਣ ਬਿਗੁਲ ਵਜਾਉਣਗੇ ਰਾਹੁਲ ਗਾਂਧੀ। ਸਾਰੇ 117 ਉਮੀਦਵਾਰਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ। ਜਲੰਧਰ 'ਚ ਕਰਨਗੇ ਪੰਜਾਬ ਫਤਿਹ ਰੈਲੀ। ਕੇਜਰੀਵਾਲ ਉੱਤੇ ਸਿੱਧੂ ਦੀ ਭੱਦੀ ਸ਼ਬਦਾਵਲੀ ਤੇ ਭੜਕੇ ਭਗਵੰਤ ਮਾਨ। ਕਿਹਾ ਇੱਜ਼ਤ ਕਰਵਾਉਣੀ ਹੈ ਤਾਂ ਸਿੱਖਣੀ ਪੈਂਦੀ ਹੈ ਇੱਜ਼ਤ ਕਰਨੀ, ਹਰ ਕਿਸੇ ਨੂੰ ਤੂੰ ਤੜਾ ਕਰਨਾ ਠੀਕ ਨਹੀਂ। ਪੰਜਾਬ 'ਚ ਸ਼ੁਰੂ ਹੋਇਆ ਨਾਮਜ਼ਦਗੀਆਂ ਭਰਨ ਦਾ ਦੌਰ। ਕੋਵਿਡ ਪ੍ਰੋਟੋਕਾਲ ਤਹਿਤ ਕੀਤੀ ਜਾ ਰਹੀ ਹੈ ਨੋਮੀਨੇਸ਼ਨ। 1 ਫਰਵਰੀ ਤੱਕ ਭਰੇ ਜਾਣਗੇ ਪੇਪਰ, 2 ਨੂੰ ਹੋਏਗੀ ਪੜਤਾਲ। ਚੋਣਾਂ ਦੌਰਾਨ ਮੁਫਤ ਵਾਲੇ ਐਲਾਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ। ਅਰਜ਼ੀ 'ਚ ਬੇਲੋੜਾ ਲਾਲਚ ਦੇਣ ਵਾਲੇ ਦਲਾਂ ਦਾ ਪਾਰਟੀ ਸਿੰਬਲ ਰੱਦ ਕਰਨ ਦੀ ਮੰਗ। ਅਦਾਲਤ ਨੇ ਇਲੈਕਸ਼ਨ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ। ਪਟਿਆਲਾ ਦੇ ਕਾਲੀ ਮਾਤਾ ਮੰਦਿਰ 'ਚ ਬੇਅਦਬੀ ਦੀ ਕੋਸ਼ਿਸ਼ ਨੂੰ ਲੈ ਕੇ ਹਿੰਦੂ ਸੰਗਠਨਾਂ 'ਚ ਰੋਸ। ਸ਼ਹਿਰ 'ਚ ਕੀਤਾ ਗਿਆ ਪ੍ਰਦਰਸ਼ਨ, ਬਾਜ਼ਾਰ ਕਰਵਾਏ ਗਏ ਬੰਦ। ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਵਿਧਾਨ ਸਭਾ ਹਲਕੇ ਦਾ ਪੂਰਾ ਹਾਲ ਦੱਸਾਂਗੇ ਕਿ ਉੱਥੇ ਸਮੀਕਰਨ ਇਸ ਸਮੇਂ ਕੀ ਨੇ ਤੇ ਉਸ ਸਮੀਕਰਨਾਂ ਦੇ ਨਾਲ ਕਿਸ ਨੂੰ ਫਾਇਦਾ ਨਫਾ ਨੁਕਸਾਨ ਹੋ ਸਕਦਾ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ, ਮੈਂ ਔਰ ਮੇਰੇ ਸਹਿਯੋਗੀ ਗੌਰਵ ਸ਼ੁਕਲਾ। ਅੱਜ ਤੋਂ ਰੋਜ਼ਾਨਾ ਅਸੀਂ ਹਲਕੇ ਦਾ ਹਾਲ ਦੱਸਾਂਗੇ ਔਰ ਹਲਕਿਆਂ ਦੇ ਸਮੀਕਰਨਾਂ ਤੇ ਨਜ਼ਰ ਪਾਵਾਂਗੇ। ਜਿਹੜੇ ਪੰਜਾਬ ਦੇ ਵਿੱਚ ਮੇਨ ਹਲਕੇ ਨੇ ਜਿਨ੍ਹਾਂ ਨੂੰ ਹੌਟ ਸੀਟਾਂ ਕਿਹਾ ਜਾਂਦਾ ਹੈ ਕਿ ਉਸ ਸੀਟ ਤੇ ਟੱਕਰ ਕਿਸ ਦੇ ਵਿਚਕਾਰ ਹੈ, ਕਿਹੜਾ ਕੈਂਡੀਡੇਟ ਕਿੰਨਾ ਮਜ਼ਬੂਤ ਹੈ, ਕਿਹੜੀ ਪਾਰਟੀ ਦਾ ਕੀ ਗ੍ਰਾਫ ਹੈ, ਉਸ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੇ ਨਜ਼ਰ ਪਾਵਾਂਗੇ ਹਰ ਐਂਗਲ ਤੋਂ, ਹਰ ਕੋਨੇ ਤੋਂ ਜੋ ਵੀ ਸਮੀਕਰਨ ਉਸ ਹਲਕੇ ਦੇ ਵਿੱਚ ਬਣਦੇ ਨੇ, ਇੱਕ ਕਰਕੇ ਹਲਕਿਆਂ ਦੇ ਹਾਲ। ਬਿਲਕੁਲ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਹਰ ਇੱਕ ਹਲਕੇ ਤੱਕ ਅਸੀਂ ਪਹੁੰਚ ਸਕੀਏ ਔਰ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਹਾਈ ਪ੍ਰੋਫਾਈਲ ਹਲਕੇ ਦੇ ਨਾਲ। ਸਭ ਤੋਂ ਪਹਿਲਾਂ ਗੱਲ ਧੂਰੀ ਵਿਧਾਨ ਸਭਾ ਹਲਕੇ ਦੀ, ਜਿੱਥੋਂ ਭਗਵੰਤ ਮਾਨ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਨੇ ਭਗਵੰਤ ਮਾਨ। ਤੇ ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਕਿ 2017 ਦੇ ਵਿੱਚ ਕੀ ਨਤੀਜੇ ਰਹੇ ਸੀ ਉੱਥੇ ਉਸ ਵਿਧਾਨ ਸਭਾ ਹਲਕੇ ਦੇ ਵਿੱਚ। ਦੂਜਾ 2019 ਦੀਆਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਉਸ ਸਮੇਂ ਉੱਥੇ ਦੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਵੋਟ ਕੀਤਾ, ਕਿਹੜੇ ਐਂਗਲ ਉੱਥੇ ਇਸ ਸਮੇਂ ਦਿਲਚਸਪ ਨੇ, ਕਿਹੜੀਆਂ ਚੀਜ਼ਾਂ ਪ੍ਰਭਾਵ ਪਾਉਂਦੀਆਂ ਨੇ, ਹਰ ਇੱਕ ਚੀਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਗੱਲ ਧੂਰੀ ਵਿਧਾਨ ਸਭਾ ਹਲਕੇ ਦੀ। ਧੂਰੀ ਹਲਕੇ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੋਟ ਪਰਸੈਂਟੇਜ ਫਿਗਰਸ, ਅੰਕੜੇ ਜਿਹੜੇ ਹੁੰਦੇ ਨੇ। ਦਲਬੀਰ ਸਿੰਘ ਗੋਲਡੀ ਧੂਰੀ ਹਲਕੇ ਤੋਂ ਜਿੱਤ ਕੇ ਆਉਂਦੇ ਨੇ, ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ, ਵਿਧਾਇਕ ਜਿੱਤੇ ਨੇ 2017 ਦੇ ਵਿੱਚ। 49,347 ਵੋਟਾਂ ਉਹਨਾਂ ਨੂੰ ਪਈਆਂ ਸੀ। 49,347 ਵੋਟਾਂ। ਜੇ ਵੋਟ ਪਰਸੈਂਟੇਜ ਦੇਖੀਏ 2017 ਦੇ ਵਿੱਚ 38.62% ਵੋਟਾਂ ਪਈਆਂ ਦਲਬੀਰ ਸਿੰਘ ਗੋਲਡੀ ਨੂੰ। ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਰਹੀ, 36.42% ਵੋਟ ਪਈ ਔਰ ਤੀਸਰੇ ਨੰਬਰ ਤੇ ਅਕਾਲੀ ਦਲ ਰਿਹਾ, 22.39% ਵੋਟ ਪਈ ਅਕਾਲੀ ਦਲ ਦੇ ਉਮੀਦਵਾਰ। ਬਿਲਕੁਲ ਇਹ ਬਹੁਤ ਦਿਲਚਸਪ ਹੈ। ਅਸੀਂ ਦਰਅਸਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 2017 ਔਰ 2019 ਦੇ ਵਿੱਚ ਕਿਵੇਂ ਸਮੀਕਰਨ ਬਦਲੇ ਨੇ। 17 ਦੇ ਵਿੱਚ ਧੂਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ, 38% ਤੋਂ ਜ਼ਿਆਦਾ ਵੋਟ ਪਈ। ਪਰ ਜਦੋਂ ਲੋਕ ਸਭਾ ਚੋਣ ਆਈ, ਲੋਕ ਸਭਾ ਚੋਣ ਜਦੋਂ ਹੁੰਦੀ ਹੈ ਤਾਂ ਇੱਕ ਲੋਕ ਸਭਾ ਦੇ ਹਲਕੇ ਦੇ ਵਿੱਚ 9 ਵਿਧਾਨ ਸਭਾ, ਕਰੀਬ 9 ਵਿਧਾਨ ਸਭਾ ਦੀਆਂ ਸੀਟਾਂ ਹੁੰਦੀਆਂ ਨੇ। ਤਾਂ ਸੰਗਰੂਰ ਵਿਧਾਨ ਸਭਾ ਲੋਕ ਸਭਾ ਦਾ ਹਲਕਾ ਸੀ ਜਿਸ ਦੇ ਵਿੱਚ ਧੂਰੀ ਆਉਂਦਾ ਹੈ। ਤਾਂ ਧੂਰੀ ਦੇ ਵਿੱਚ 2017 ਚ ਦਲਬੀਰ ਗੋਲਡੀ ਨੇ ਜਿੱਤ ਹਾਸਲ ਕੀਤੀ ਸੀ, ਪਰ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਜਿੱਤ ਹਾਸਲ ਕੀਤੀ ਭਗਵੰਤ ਮਾਨ ਨੇ। ਤੇ ਉਸ ਦਾ ਅਸਰ ਤੁਸੀਂ ਇਸ ਕਰਕੇ ਦੇਖ ਸਕਦੇ ਹੋ ਕਿਉਂਕਿ ਜਿਹੜੀ 2017 ਦੇ ਵਿੱਚ ਵੋਟਾਂ ਪਈਆਂ ਸੀ ਕਰੀਬ 36%, ਉਹ 2019 ਦੇ ਵਿੱਚ 44% ਤੋਂ ਜ਼ਿਆਦਾ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ। ਲੋਕ ਸਭਾ ਸੀਟ ਜਿੱਤੀ ਸੀ ਭਗਵੰਤ ਮਾਨ ਨੇ, ਇੱਕੋ ਜਿਹੜੀ ਸੀਟ ਜਿੱਤੀ ਗਈ। ਬਿਲਕੁਲ। ਔਰ ਉਸ ਦੇ ਵਿੱਚ ਫਰਕ ਇਹ ਵੀ ਹੈ ਜੋ ਗੌਰਵ ਦੱਸ ਰਹੇ ਨੇ ਕਿ ਜਿਹੜੀ 36% ਵੋਟ ਪਈ ਸੀ ਉੱਥੇ ਚਿਹਰਾ ਸੀ ਜੱਸੀ ਸੇਖੋਂ ਦਾ ਜਿਸ ਵੇਲੇ ਇੱਥੇ ਵੋਟ ਪਈ, ਔਰ ਜਦੋਂ 44% ਵੋਟ ਉੱਥੇ ਜਾ ਕੇ ਹੋ ਗਈ ਲੋਕ ਸਭਾ ਦੇ ਵਿੱਚ ਉਦੋਂ ਚਿਹਰਾ ਸੀ ਭਗਵੰਤ ਮਾਨ ਦਾ।
ਤੇ ਹੁਣ ਵਾਪਸ ਇੱਥੇ ਭਗਵੰਤ ਮਾਨ ਦਾ ਚਿਹਰਾ ਧੂਰੀ ਦੇ ਵਿੱਚ ਫਿਰ ਆ ਗਿਆ। ਬਿਲਕੁਲ, ਤਾਂ ਚੁਣੌਤੀ ਦਲਬੀਰ ਗੋਲਡੀ ਦੇ ਲਈ ਹੋਏਗੀ। ਪਰ ਇੰਟਰਸਟਿੰਗ ਇਹ ਵੀ ਹੈ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਹਿੱਲਿਆ ਨਹੀਂ ਜ਼ਿਆਦਾ, ਉਹ ਕਰੀਬ 22-23% ਦੇ ਕੋਲ ਰਿਹਾ, ਉਹਨਾਂ ਦਾ ਵੋਟ ਬੈਂਕ ਜ਼ਿਆਦਾ ਹਿੱਲਿਆ ਨਹੀਂ। ਚਿਹਰੇ ਅਸੀਂ ਦਿਖਾ ਰਹੇ ਹਾਂ ਇਸ ਵਾਰ ਧੂਰੀ ਸੀਟ ਤੇ ਕਿਹਨਾਂ ਦੇ ਵਿਚਕਾਰ ਮੁਕਾਬਲਾ ਹੈ। ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਚਿਹਰਾ ਨੇ ਭਗਵੰਤ ਮਾਨ, ਕਾਂਗਰਸ ਪਾਰਟੀ ਤੋਂ ਦੁਬਾਰਾ ਦਲਬੀਰ ਸਿੰਘ ਗੋਲਡੀ ਲੜ ਰਹੇ ਨੇ, ਟਿਕਟ ਮਿਲ ਚੁੱਕੀ ਹੈ। ਔਰ ਤੀਸਰਾ ਨਾਮ ਇਸ ਵਾਰ ਨਵਾਂ ਆ ਗਿਆ ਧੂਰੀ ਤੋਂ, ਪ੍ਰਕਾਸ਼ ਚੰਦ ਗਰਗ, ਜਿਨ੍ਹਾਂ ਨੂੰ ਬਾਬੂ ਪ੍ਰਕਾਸ਼ ਚੰਦ ਗਰਗ ਕਹਿੰਦੇ ਆ। ਸੰਗਰੂਰ ਤੋਂ ਲੜਦੇ ਰਹੇ ਆ, ਸੰਗਰੂਰ ਤੋਂ ਜਿੱਤੇ ਵੀ ਹੈ, ਵਿਧਾਇਕ ਰਹਿ ਚੁੱਕੇ ਆ, ਪਿਛਲੀ ਵਾਰ ਚੋਣ ਹਾਰ ਗਏ ਸੀ ਤੇ ਐਤਕੀ ਅਕਾਲੀ ਦਲ ਨੇ ਉਹਨਾਂ ਨੂੰ ਸੰਗਰੂਰ ਤੋਂ ਧੂਰੀ ਭੇਜ ਦਿੱਤਾ ਹੈ, ਕਿਉਂਕਿ ਜਿਹੜੀ ਬਾਣੀਆਂ ਬਰਾਦਰੀ ਹੈ ਉਸ ਦੇ ਨਾਲ ਸੰਬੰਧ ਰੱਖਦੇ ਆ। ਔਰ ਧੂਰੀ ਦੇ ਵਿੱਚ ਕਾਫੀ ਵੱਡਾ ਵੋਟ ਬੈਂਕ ਹੈ ਜਿਹੜਾ ਉਹ ਬਾਣੀਆਂ ਬਰਾਦਰੀ ਦਾ ਹੈ। ਇਸ ਕਰਕੇ ਪ੍ਰਕਾਸ਼ ਚੰਦ ਗਰਗ ਵੀ ਇੱਕ ਮਜ਼ਬੂਤ ਉਮੀਦਵਾਰ ਨੇ। ਸੋ ਤਿੰਨ ਧਿਰੀ ਟੱਕਰ ਜਿਹੜੀ ਹੈ ਉਹ ਸਿੱਧੀ ਧੂਰੀ ਦੇ ਵਿੱਚ ਫਿਲਹਾਲ ਦਿਖ ਰਹੀ ਹੈ। ਬਿਲਕੁਲ, ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਿ ਧੂਰੀ ਦੇ ਵਿੱਚ ਕਿਵੇਂ ਪ੍ਰਭਾਵ ਨਜ਼ਰ ਆ ਸਕਦਾ ਹੈ, ਕਿਹੜੇ ਐਂਗਲਸ ਦਾ ਪ੍ਰਭਾਵ ਨਜ਼ਰ ਆ ਸਕਦਾ ਹੈ। ਧੂਰੀ ਵਿਧਾਨ ਸਭਾ ਹਲਕੇ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਦੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਵੋਟ ਬੈਂਕ ਹੈ। ਧੂਰੀ ਦੇ ਵਿੱਚ ਇੰਡਸਟਰੀਅਲ ਏਰੀਆ, ਉੱਥੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਜਿਹੜਾ ਧੂਰੀ, ਸੰਗਰੂਰ ਨੂੰ ਅਸੀਂ ਜ਼ਿਕਰ ਕਰੀਏ, ਸੰਗਰੂਰ, ਮਾਨਸਾ, ਇਹ ਉਹ ਸਾਰੇ ਇਲਾਕੇ ਨੇ ਜਿੱਥੇ ਆਮ ਆਦਮੀ ਪਾਰਟੀ ਦਾ 2017 ਚ ਵੀ ਨਜ਼ਰ ਆਇਆ ਔਰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਸੀ। ਬੇਰੋਜ਼ਗਾਰੀ ਦਾ ਮੁੱਦਾ ਤੇ ਸਿੱਖਿਆ ਤੇ ਮੈਡੀਕਲ ਦੀ ਕਮੀ ਵੀ ਇੱਕ ਵੱਡਾ ਮੁੱਦਾ ਲਾਜ਼ਮੀ ਤੌਰ ਤੇ ਇਹਨਾਂ ਇਲੈਕਸ਼ਨਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਧੂਰੀ ਵਿਧਾਨ ਸਭਾ ਹਲਕੇ ਦੇ ਉੱਤੇ। ਸੋ ਵੱਖ-ਵੱਖ ਜਿਹੜੇ ਉੱਥੇ ਸਮੀਕਰਨ ਨੇ, ਕਿਹੜੀਆਂ ਚੀਜ਼ਾਂ ਦਾ ਪ੍ਰਭਾਵ ਜ਼ਿਆਦਾ ਹੈ ਉਹ ਅਸੀਂ ਦਿਖਾ ਰਹੇ ਹਾਂ। ਕਿਸਾਨਾਂ ਦਾ ਪ੍ਰਭਾਵ ਹੈ, ਇਸ ਇਲਾਕੇ ਦੇ ਵਿੱਚ ਮਾਲਵਾ ਬੈਲਟ ਹੈ ਔਰ ਕਿਸਾਨ ਅੰਦੋਲਨ ਦਾ ਜਿਹੜਾ ਵੱਡਾ ਅਸਰ ਹੈ ਉਹ ਸਭ ਤੋਂ ਜ਼ਿਆਦਾ ਮਾਲਵਾ ਬੈਲਟ ਦੇ ਵਿੱਚ ਦੇਖਿਆ ਗਿਆ। ਕਿਸਾਨਾਂ ਦਾ ਪ੍ਰਭਾਵ ਹੈ, ਸਿੱਖਿਆ ਤੇ ਮੈਡੀਕਲ ਜਿਹੜੇ ਦੀ ਕਮੀ ਹੈ, ਦੋ ਸਹੂਲਤਾਂ ਜਿਹੜੀਆਂ ਸਭ ਤੋਂ ਵੱਡੀਆਂ ਲੋਕਾਂ ਨੂੰ ਚਾਹੀਦੀਆਂ ਹੁੰਦੀਆਂ। ਬੇਰੁਜ਼ਗਾਰੀ ਦਾ ਮੁੱਦਾ ਹੈ, ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਇੰਡਸਟਰੀਅਲ ਏਰੀਆ। ਸੋ ਕਿਸ ਤਰੀਕੇ ਨਾਲ ਇਹ ਸਮੀਕਰਨ ਬਣਨਗੇ, ਕਿਉਂਕਿ ਦਲਬੀਰ ਸਿੰਘ ਗੋਲਡੀ ਵੀ ਸਭ ਤੋਂ ਵੱਡਾ ਇਹ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਇਸ ਹਲਕੇ ਦੇ ਵਿੱਚ ਜੋ 5 ਸਾਲਾਂ ਦੇ ਵਿੱਚ ਕੰਮ ਕਰਵਾਏ ਨੇ। ਵਾਰ-ਵਾਰ ਚੈਲੰਜ ਕਰ ਰਹੇ ਨੇ ਦਲਬੀਰ ਸਿੰਘ ਗੋਲਡੀ ਮੀਡੀਆ ਦੇ ਵਿੱਚ ਆ ਕੇ, ਸਿੱਧਾ ਗੌਰਵ ਕਹਿੰਦੇ ਨੇ ਕਿ ਆ ਕੇ ਭਗਵੰਤ ਮਾਨ ਆਪਣੇ ਐਮਪੀ ਦੇ ਕੰਮਾਂ ਦਾ ਹਿਸਾਬ ਦੇ ਦੇਣ ਤੇ ਮੈਂ ਆਪਣੇ ਐਮਐਲਏ ਦੇ ਕੰਮਾਂ ਦਾ ਹਿਸਾਬ ਦੇਣਾ। ਸੋ ਗੋਲਡੀ ਵੀ ਇੱਕ ਚੁਣੌਤੀ ਭਰਪੂਰ ਚਿਹਰਾ ਨੇ ਭਗਵੰਤ ਮਾਨ। ਬਿਲਕੁਲ, ਲਾਜ਼ਮੀ ਤੌਰ ਤੇ ਚੁਣੌਤੀ ਭਰਪੂਰ ਨੇ। ਅਸੀਂ ਅਗਲੀ ਸੀਟ ਦਾ ਰੁਖ ਕਰੀਏ, ਪਰ ਉਸ ਤੋਂ ਪਹਿਲਾਂ ਉੱਥੇ ਦੇ ਲੋਕ, ਵਿਧਾਨ ਸਭਾ ਹਲਕਾ ਧੂਰੀ ਦੇ ਲੋਕ ਕੀ ਕਹਿੰਦੇ ਨੇ ਉਹ ਵੀ ਸੁਣਦੇ ਆ। ਆਮ ਆਦਮੀ ਪਾਰਟੀ ਹੋਣੀ ਚਾਹੀਦੀ ਹੈ ਜੀ, ਕਿਉਂਕਿ ਬਦਲਾਅ ਜ਼ਰੂਰੀ ਹੈ ਜੀ। ਕਾਂਗਰਸ ਵੀ ਆ ਗਈ, ਅਕਾਲੀ ਵੀ ਆ ਗਈ, ਹੁਣ ਇੱਕ ਵਾਰ ਝਾੜੂ ਨੂੰ ਮੌਕਾ ਦੇਣਾ। ਧੂਰੀ ਦੇ ਵਿੱਚ ਜਾ ਕੇ ਦੇਖ ਲਓ, 4 ਫਾਟਕ ਪੈਂਦੇ ਨੇ, ਕਿਸੇ ਦਾ ਕੋਈ ਪੁਲ ਨਹੀਂ ਬਣਿਆ ਹੋਇਆ। ਸਰਕਾਰ ਤਾਂ ਭਗਵੰਤ ਮਾਨ ਦੀ ਆਊਗੀ ਜੀ, ਹੁਣ ਲਿਖ ਕੇ ਲੈ ਲਓ, ਫੇਰ ਲਿਖ ਕੇ ਲੈ ਲਓ, ਭਗਵੰਤ ਮਾਨ ਉਹ ਕਲੀਅਰ ਹੈ। ਅਸੀਂ ਐਂ ਕਹਿੰਦੇ ਆ ਨਸ਼ਾ ਖਤਮ ਹੋਣਾ ਚਾਹੀਦਾ ਤੇ ਜਿੰਮ ਮਿਲਣੀ ਚਾਹੀਦੀ ਆ ਤੇ ਸੜਕਾਂ ਬਣਨੀਆਂ ਚਾਹੀਦੀਆਂ ਨੇ। ਗੋਲਡੀਆਂ ਦਾ ਮੈਂ ਰੋਡ ਬਣਾਇਆ ਸਾਡੇ ਪਿੰਡ ਵਾਲਾ, ਚੱਕੀ ਵਾਲਾ ਦੇਖ। ਰਵਾਇਤੀ ਸਰਕਾਰਾਂ ਜਿਹੜੀਆਂ ਚੱਲਦੀਆਂ ਆਉਂਦੀਆਂ ਨੇ, ਕਦੇ ਅਕਾਲੀ ਆ ਗਏ, ਕਦੇ ਕਾਂਗਰਸੀ ਆ ਗਏ, ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਤਾਂ ਧੂਰੀ ਤੋਂ ਬਾਅਦ ਅਗਲੀ ਸੀਟ ਦਾ ਰੁਖ ਕਰਦੇ ਹਾਂ ਫਰੀਦਕੋਟ ਜਿਹੜੀ ਸੀਟ ਹੈ ਉਸ ਦੇ ਸਮੀਕਰਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫਰੀਦਕੋਟ ਸੀਟ ਦੇ ਵਿੱਚ ਪਿਛਲੇ ਸਮੇਂ 'ਚ ਕੀ ਸਮੀਕਰਨ ਰਹੇ ਨੇ। 2017 ਦਾ ਅਸੀਂ ਪਹਿਲਾਂ ਜ਼ਿਕਰ ਕਰਾਂਗੇ। ਕਾਂਗਰਸ ਦੀ ਇੱਥੇ ਜਿੱਤ ਹੋਈ ਸੀ 2017 ਦੇ ਵਿੱਚ ਔਰ ਕਿੱਕੀ ਢਿੱਲੋਂ, ਕੁਸ਼ਲਦੀਪ ਸਿੰਘ ਢਿੱਲੋਂ, ਜਿਨ੍ਹਾਂ ਨੂੰ ਦੁਬਾਰਾ ਉੱਥੋਂ ਉਮੀਦਵਾਰ ਬਣਾਇਆ ਗਿਆ, ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। 51,000 ਤੋਂ ਜ਼ਿਆਦਾ ਉੱਥੇ ਉਹਨਾਂ ਨੂੰ ਵੋਟਾਂ ਮਿਲੀਆਂ ਸੀ। ਗੁਰਦਿੱਤ ਸਿੰਘ ਸੇਖੋਂ, ਪਰਮਬੰਸ ਸਿੰਘ ਬੰਟੀ ਰਮਾਣਾ ਉੱਥੇ ਹਾਰ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਦੁਬਾਰਾ ਮੈਦਾਨ ਦੇ ਵਿੱਚ ਹੋਣਗੇ ਔਰ ਖਾਸ ਇਹ ਹੈ ਕਿ 40% ਦੇ ਕਰੀਬ ਵੋਟ ਲੈ ਗਏ ਸੀ ਔਰ ਫਰਕ ਬਹੁਤ ਜ਼ਿਆਦਾ ਸੀ। ਕਰੀਬ 12,000 ਵੋਟਾਂ ਦੇ ਨਾਲ ਜਿੱਤੇ ਸੀ, ਕਰੀਬ 12,000 ਦੇ ਨਾਲ, ਤਾਂ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਢਿੱਲੋਂ। ਬਿਲਕੁਲ, ਵੋਟ ਪਰਸੈਂਟੇਜ ਤੁਹਾਡੇ ਸਾਹਮਣੇ ਹੈ। 40.61% ਵੋਟ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਪਈ। ਦੂਸਰੇ ਨੰਬਰ ਤੇ 31.33% ਵੋਟ ਗੁਰਦਿੱਤ ਸਿੰਘ ਸੇਖੋਂ ਨੂੰ ਔਰ ਪਰਮਬੰਸ ਸਿੰਘ ਬੰਟੀ ਰਮਾਣਾ ਅਕਾਲੀ ਦਲ ਦੇ ਜਿਹੜੇ ਯੂਥ ਦੇ ਪ੍ਰਧਾਨ ਨੇ, ਇਸ ਵੇਲੇ ਦੁਬਾਰਾ ਵੀ ਲੜ ਰਹੇ ਨੇ, 25.95%। ਯਾਨੀ ਇੱਕ ਚੀਜ਼ ਬੜੀ ਸਾਫ਼ ਹੈ, 2017 ਦੇ ਵਿੱਚ ਅਕਾਲੀ ਦਲ ਦੀ ਜਿਹੜੀ ਕੈਡਰ ਵੋਟ ਸੀ ਉਹ ਵੀ ਖਿਸਕ ਕੇ ਆਮ ਆਦਮੀ ਪਾਰਟੀ ਦੇ ਵੱਲ ਚਲੀ ਗਈ ਸੀ। ਇਹ ਆંકੜੇ ਦਰਸਾਉਂਦੇ ਨੇ ਸਿੱਧਾ ਕਿ 5-5, 10-10%, 12-12% ਵੋਟ ਬੈਂਕ ਦਾ ਫਰਕ ਪਿਆ। ਕਾਂਗਰਸ ਨੇ ਆਪਣਾ ਵੋਟ ਬੈਂਕ ਨਹੀਂ ਗਵਾਇਆ ਗੌਰਵ, ਜੇ 2017 ਦੇ ਆਪਾਂ ਆંકੜੇ ਦੇਖੀਏ, ਪਰ ਅਕਾਲੀ ਦਲ ਦਾ ਵੋਟ ਬੈਂਕ ਉਸ ਵੇਲੇ ਖਿਸਕ ਕੇ ਆਮ ਆਦਮੀ ਪਾਰਟੀ ਵੱਲ ਗਿਆ। ਹੁਣ ਕੀ ਉਹ ਵਾਪਸ ਆਇਆ ਜਾਂ ਕਿੰਨਾ ਖੜਾ, ਇਹ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ। ਔਰ ਦਿਲਚਸਪ ਇਹ ਵੀ ਹੈ ਕਿ ਇੱਕ ਵਾਰ ਮੁੜ ਤੋਂ ਉਹੀ ਚਿਹਰੇ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹੋਣਗੇ। ਬੰਟੀ ਰਮਾਣਾ ਨੂੰ ਦੁਬਾਰਾ ਅਕਾਲੀ ਦਲ ਨੇ ਉਤਾਰ ਦਿੱਤਾ ਹੈ, ਕੁਸ਼ਲਦੀਪ ਸਿੰਘ ਢਿੱਲੋਂ ਨੂੰ ਟਿਕਟ ਦੁਬਾਰਾ ਦੇ ਦਿੱਤੀ ਹੈ ਔਰ ਸਿੰਘ ਸੇਖੋਂ ਵੀ ਦੁਬਾਰਾ ਦੇ ਦਿੱਤੀ ਹੈ। ਦਿਲਚਸਪ ਇਹ ਵੀ ਹੈ ਕਿ
ਫਰੀਦਕੋਟ ਦੇ ਇਤਿਹਾਸ ਦੇ ਉੱਤੇ ਅਸੀਂ ਨਜ਼ਰ ਪਾਈਏ ਤਾਂ ਉੱਥੇ ਆਮ ਤੌਰ ਤੇ ਕਿਹਾ ਜਾਂਦਾ ਕਿ ਬੈਕ ਟੂ ਬੈਕ ਜਿੱਤਾਂ ਨਹੀਂ ਮਿਲਦੀਆਂ, ਬਦਲਦਾ ਰਹਿੰਦਾ ਆਮ ਤੌਰ ਤੇ ਆਪਾਂ ਕਹਿੰਦੇ ਕਿ ਇੱਕ ਸੀਟ ਦੇ ਉੱਤੇ ਕਬਜ਼ਾ ਕਰ ਲਿਆ, ਬਹੁਤ ਲੰਬਾ ਚੱਲਦਾ ਰਿਹਾ, ਪਰ ਉੱਥੇ ਐਵੇਂ ਨਹੀਂ ਹੈ। ਖੈਰ ਆਪਾਂ 2017 ਤੇ 19 ਦੇ ਵਿੱਚ ਕੰਪੈਰੀਜ਼ਨ ਸਭਾ ਤੇ ਲੋਕ ਸਭਾ ਦਾ ਕੰਪੈਰੀਜ਼ਨ ਕਰੀਏ ਤਾਂ ਅਸੀਂ ਆંકੜੇ ਦਿਖਾ ਰਹੇ ਹਾਂ ਸਕਰੀਨ ਤੇ। 40% ਵੋਟ ਕਾਂਗਰਸ ਨੂੰ ਪਈ ਵਿਧਾਨ ਸਭਾ ਦੇ ਵਿੱਚ, ਔਰ ਫਰੀਦਕੋਟ ਲੋਕ ਸਭਾ ਤੋਂ 19 ਦੇ ਵਿੱਚ ਲੋਕ ਸਭਾ ਚ ਆ ਕੇ 47.15% ਹੋ ਜਾਂਦੀ ਹੈ। ਵਿਧਾਨ ਸਭਾ ਚ 40, ਲੋਕ ਸਭਾ ਦੇ ਵਿੱਚ 47%। ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਡੈਂਟ ਪਿਆ ਫਰੀਦਕੋਟ ਚ, 31.33% ਵੋਟ ਉਹਨਾਂ ਨੂੰ ਪਈ ਵਿਧਾਨ ਸਭਾ ਚ ਤੇ ਆ ਕੇ 8.74% ਰਹਿ ਗਈ ਮਹਿਜ ਲੋਕ ਸਭਾ ਦੇ ਵਿੱਚ। ਅਕਾਲੀ ਦਲ ਨੇ ਗੇਨ ਕੀਤਾ, ਜਿਹੜੀ ਆਮ ਆਦਮੀ ਪਾਰਟੀ ਆਪਾਂ ਗੌਰਵ ਜ਼ਿਕਰ ਕਰ ਰਹੇ ਸੀ ਕਿ ਅਕਾਲੀ ਦਲ ਦਾ ਵੋਟ ਬੈਂਕ ਉਧਰ ਚਲਾ ਗਿਆ, 25.95% ਪਈ, ਪਰ ਇੱਥੇ ਆ ਕੇ 35.46% ਹੋ ਗਈ। सीट अकाली दल नहीं जित सकिया, उतो कांग्रेस ने जित हासिल की, मोहम्मद सदीक जिते, पर अकाली दल ने अपना वोट बैंक रिट्रीव किया। 2019 10% वोट बैंक वापस इंटरेस्टिंग होएगा कि 2019 वाला जिहड़ा अकाली दल दा वोट बैंक है 35% अपने वाले पासे लेके आउण च कामयाब रहे सी। 2022 च रहिंदे या नहीं, बहुत बड़ा चैलेंज लाजमी तौर ते अकाली दल दे लई इस सीट दे उत्ते भी होएगा, क्योंकि जे असीं फरीदकोट जिले दा रुख करिए तां इह उस जिला भी है जिथे बेअदबी ਦੀਆਂ ਘਟਨਾਵਾਂ ਵਾਪਰੀਆਂ, ਕੋਟਪੁਰਾ ਦੀ ਸੀਟ ਦੇ ਵਿੱਚ ਆਉਂਦੀ ਹੈ ਬਰਗਾੜੀ, ਤਾਂ ਉਸ ਦਾ ਇਫੈਕਟ 2017 ਦੇ ਵਿੱਚ ਸਾਫ਼ ਤੌਰ ਤੇ ਸੀ। ਖੈਰ ਉਮੀਦਵਾਰਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜੋ ਪਹਿਲਾਂ ਵੀ ਕੀਤਾ ਸੀ, ਬੰਟੀ ਰੁਮਾਣਾ ਅਕਾਲੀ ਦਲ ਦੇ ਔਰ ਯੂਥ ਚੇਅਰ ਨੇ ਇਸ ਸਮੇਂ ਯੂਥ ਦੇ ਪ੍ਰਧਾਨ ਨੇ ਕੁਸ਼ਲਦੀਪ ਢਿੱਲੋਂ ਦੁਬਾਰਾ ਮੈਦਾਨ ਦੇ ਵਿੱਚ ਨੇ, ਮੌਜੂਦਾ ਵਿਧਾਇਕ, ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਗੁਰਦਿੱਤ ਸਿੰਘ ਸੇਖੋਂ ਦੁਬਾਰਾ ਮੈਦਾਨ ਦੇ ਵਿੱਚ ਉਤਾਰਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਚਿਹਰੇ। ਹੁਣ ਅੱਗੇ ਵਧਦੇ ਹਾਂ, ਪ੍ਰਭਾਵ ਇਸ ਸੀਟ ਦੇ ਉੱਤੇ ਕਿਸ ਕਿਸ ਚੀਜ਼ ਦਾ ਰਹਿ ਸਕਦਾ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਕਿਹੜੇ ਪ੍ਰਭਾਵ ਇਸ ਚੀਜ਼ ਦੇ ਉੱਤੇ ਪਾ ਸਕਦੇ ਨੇ, ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਬੇਅਦਬੀ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ, ਬਹੁਤ ਵੱਡਾ ਮੁੱਦਾ ਹੈ, ਇਹ ਇਸ ਵਾਰ ਵੀ ਇਫੈਕਟ ਕਰ ਸਕਦਾ। ਹੁਣ ਫਰੀਦਕੋਟ ਸੀਟ, ਕੋਟਕਪੂਰਾ ਸੀਟ, ਦੋਨਾਂ ਤੇ ਇਹ ਮੁੱਦਾ ਜਿਹੜਾ ਹੈ ਸਭ ਤੋਂ ਵੱਡਾ ਹੈ, ਕਿਉਂਕਿ ਉੱਥੇ ਘਟਨਾਕ੍ਰਮ ਹੋਇਆ ਔਰ ਉੱਥੇ ਅੱਜ ਵੀ ਗੌਰਵ ਧਰਨੇ ਲੱਗੇ ਹੋਏ ਨੇ। ਉਹ ਜਿਨ੍ਹਾਂ ਦੀ ਕ੍ਰਿਸ਼ਨ ਭਗਵਾਨ ਸਿੰਘ ਜਿਨ੍ਹਾਂ ਦੀ ਡੈਥ ਹੋਈ, ਉਸ ਗੋਲੀ ਚੱਲੀ ਜਦੋਂ ਪੁਲਿਸ ਨੇ ਚਲਾਈ, ਤਾਂ ਉਹਨਾਂ ਦੇ ਬੇਟੇ ਅੱਜ ਵੀ ਉੱਥੇ ਧਰਨੇ ਤੇ ਬੈਠੇ ਹੈ। ਸੋ ਇਸ ਚੀਜ਼ ਦਾ ਅਸਰ ਇਸ ਇਲਾਕੇ ਦੇ ਵਿੱਚ ਤੇ ਜ਼ਰੂਰ ਹੈਗਾ, ਚਾਹੇ ਉਹ ਇਫੈਕਟ ਜਿਸ ਨੂੰ ਮਰਜ਼ੀ ਕਰੇ। ਤੇ ਇੱਕ ਹੋਰ ਇੰਟਰਸਟਿੰਗ ਇਹ ਹੈ ਜੋ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਫਰੀਦਕੋਟ ਰਿਜ਼ਰਵ ਸੀਟ ਨਹੀਂ ਹੈ, ਪਰ ਦਲਿਤ ਵੋਟ ਬੈਂਕ ਦਾ ਚੰਗਾ ਪ੍ਰਭਾਵ ਹੈ ਉਸ ਇਲਾਕੇ 'ਚ। ਜੈਤੋ ਰਿਜ਼ਰਵ ਹੈ ਜੋ ਫਰੀਦਕੋਟ ਦੇ ਵਿੱਚ ਆਉਂਦੀ ਹੈ, ਪਰ ਉੱਥੇ ਇੱਕ ਵੱਡਾ ਪ੍ਰਭਾਵ ਹੈ। ਔਰ ਗੱਲ ਵਿਜੇ ਲਾਜ਼ਮੀ ਤੌਰ ਤੇ ਇਸ ਦੀ ਵੀ ਹੋਣੀ ਚਾਹੀਦੀ ਹੈ ਕਿ ਜਿਹੜਾ ਡੇਰਾ ਪ੍ਰਭਾਵ ਹੈ, ਖਾਸ ਤੌਰ ਤੇ ਮਾਲਵਾ ਜਾਂ ਦੱਖਣ ਪੰਜਾਬ ਆਪਾਂ ਜਿਸ ਨੂੰ ਕਹਿੰਦੇ ਆ, ਉੱਥੇ ਡੇਰਾ ਸਿਰਸੇ ਦਾ ਖਾਸ ਤੌਰ ਤੇ ਵੱਡਾ ਪ੍ਰਭਾਵ ਹੈ। ਔਰ ਫਰੀਦਕੋਟ ਦੀ ਸੀਟ ਅੱਜ ਵੀ ਉਹਨਾਂ ਦੀ ਵੋਟ ਟੁੱਟੀ ਨਹੀਂ ਹੈ, ਚਾਹੇ ਗੁਰਮੀਤ ਰਾਮ ਰਹੀਮ ਜੇਲ੍ਹ ਚਲੇ ਗਏ, ਪਰ ਅੱਜ ਵੀ ਉਹਨਾਂ ਦੀ ਵੋਟ ਟੁੱਟੀ ਨਹੀਂ ਹੈ। ਆਪਾਂ ਸਲਾਬਤਪੁਰਾ, ਡੇਰਾ ਸਿਰਸਾ ਜਿਹੜੇ ਇਕੱਠ ਹੋਏ ਆ ਦੱਸਣ ਲਈ ਕਾਫੀ ਹੋਏ, ਉਹ ਦੱਸਦੇ ਨੇ। और इनफैक्ट कोई इंडस्ट्री नहीं है, स्टडी हब भी एक बड़े इशूज लाजमी तौर पे होंगे। सुनवाने ਤੁਹਾਨੂੰ कि फरीदकोट ਦੇ ਲੋਕ ਕੀ ਕੁਝ ਕਹਿ ਰਹੇ ਨੇ ਇਸ ਵਾਰ ਉੱਥੇ ਦੇ ਸਿਆਸੀ ਮਾਹੌਲ ਨੂੰ ਲੈ ਕੇ। ਅਸੀਂ ਕਿੰਨੀ ਜ਼ਮੀਨ ਵੇਚਦਾ, ਕੋਈ ਕੁਛ ਕਰਦਾ, ਜੇ ਕੋਈ ਹੱਲ ਕਰਨ ਤਾਂ ਹੀ ਆ, ਕੋਈ ਹੱਲ ਨਹੀਂ। ਮੁੱਦੇ ਸਾਰੇ ਮੁੱਦੇ ਪਏ ਹੀ ਆ। ਹੁਣ ਵੈਸੇ ਤਾਂ ਕੋਈ ਚਾਰ ਮੁੱਦੇ ਜਿਹੜੇ ਸਾਨੂੰ ਦੇਣ ਵਾਲੇ ਦੂਜੇ ਦੇ ਨਹੀਂ ਸਕਦਾ, ਕਿਉਂਕਿ ਜਿਹੜੀ ਸਿਆਸਤ ਹੈ ਪੰਜਾਬ ਦੀ ਤੇ ਦਿੱਲੀ ਵਾਲੀ ਸਿਆਸਤ ਹੈ ਨਹੀਂ ਇੱਥੇ, ਉੱਥੇ ਬੜੀ ਮਾਇਨਾ ਰੱਖਦੀ ਇਹ। ਤੇ ਹਾਂ ਵਿਚਾਰ ਜਿਹੜੇ 5 ਮੁੱਦੇ ਨੇ ਉਹਦੇ ਸਿੱਖਿਆ ਦਾ, ਬਿਜਲੀ ਦਾ, ਪਾਣੀ ਦਾ, ਇਹੋ ਜਿਹੇ ਕੰਮ ਜ਼ਰੂਰ। ਅਸੀਂ ਤਾਂ ਇਹ ਆਨੇ ਨਵੀਂ ਪਾਰਟੀ ਆਵੇ ਜਿਹਦੇ ਸਹਿਯੋਗ ਨਾਲ ਅਸੀਂ ਮਤਲਬ ਕੋਈ ਸਾਨੂੰ ਸਹੂਲਤਾਂ ਮਿਲਣ। ਟਾਈਮ ਕਿੰਨਾ ਆਪਣੇ ਕੋਲ? ਤੇ ਫਰੀਦਕੋਟ ਤੋਂ ਬਾਅਦ ਅਸੀਂ ਅਗਲੀ ਸੀਟ ਦਾ ਜ਼ਿਕਰ ਕਰਦੇ ਹਾਂ। ਅਗਲੀ ਸੀਟ ਹੈ ਲੁਧਿਆਣਾ ਦੀ ਆਤਮਨਗਰ ਸੀਟ। ਆਤਮਨਗਰ ਸੀਟ ਦਾ ਨਾਮ ਆਉਂਦੇ ਹੀ ਸਭ ਤੋਂ ਪਹਿਲਾ ਨਾਮ ਜ਼ਿਹਨ ਦੇ ਵਿੱਚ ਆਉਂਦਾ ਹੈ ਸਿਮਰਜੀਤ ਸਿੰਘ ਬੈਂਸ ਦਾ। ਲੋਕ ਇਨਸਾਫ ਪਾਰਟੀ ਤੋਂ ਆਉਂਦੇ ਨੇ, ਪਾਰਟੀ ਦੇ ਮੁਖੀ ਨੇ ਔਰ ਇਸ ਵੇਲੇ ਮੌਜੂਦਾ ਵਿਧਾਇਕ ਨੇ, ਲਗਾਤਾਰ ਆਪਣੀ ਸੀਟ ਤੇ ਪਕੜ ਬਣਾਈ ਹੋਈ ਹੈ। ਪਰ ਇਸ ਵਾਰ ਉਹਨਾਂ ਨੂੰ ਚੈਲੰਜ ਦੇਣ ਦੇ ਲਈ ਦੂਜੀਆਂ ਪਾਰਟੀਆਂ ਚੋਣ ਮੈਦਾਨ 'ਚ ਕੁੱਦ ਪਈਆਂ ਨੇ, ਉਮੀਦਵਾਰ ਵੀ ਐਲਾਨ ਦਿੱਤੇ ਗਏ ਨੇ। ਸੋ ਆਤਮਨਗਰ ਸੀਟ ਦਾ ਜੋ ਪੂਰਾ ਉੱਥੋਂ ਦਾ ਆંકੜੇ ਨੇ ਸਭ ਕੁਝ ਉਸ ਤੇ ਨਜ਼ਰ ਪਾਉਣੇ ਆ। ਬਿਲਕੁਲ, ਤੇ ਅਸੀਂ ਸਭ ਤੋਂ ਪਹਿਲਾਂ 2017 ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ। 2017 ਦੇ ਵਿੱਚ ਜਿਹੜੇ ਨਤੀਜੇ ਸੀ ਉਹ ਸਿਮਰਜੀਤ ਸਿੰਘ ਬੈਂਸ ਦੇ ਹੱਕ ਦੇ ਵਿੱਚ ਸੀ ਔਰ ਇੱਕ ਲੋਕ ਇਨਸਾਫ ਪਾਰਟੀ ਬੇਸ਼ੱਕ ਹੈ ਪਰ ਉੱਥੋਂ ਆਜ਼ਾਦ ਜਿੱਤਦੇ ਆਏ ਨੇ, ਬਹੁਤ ਇੰਪੋਰਟੈਂਟ ਹੈ। ਔਰ ਤੁਸੀਂ ਵੋਟ ਪਰਸੈਂਟੇਜ ਦੇ ਉੱਤੇ ਨਜ਼ਰ ਜ਼ਰੂਰ ਪਾਇਓ ਕਿ 50% ਵੋਟ ਜੇਕਰ ਕੋਈ ਉਮੀਦਵਾਰ ਲੈ ਰਿਹਾ ਹੈ ਔਰ ਲੋਕ ਇਨਸਾਫ ਪਾਰਟੀ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਔਰ ਉਹ ਬਹੁਤ ਵੱਡੀ ਜਿੱਤ ਹੋ ਸਕਦੀ ਹੈ। ਔਰ ਤੁਸੀਂ ਇਹ ਵੀ ਦੇਖੋ ਕਿ ਕਰੀਬ 17-18 ਹਜ਼ਾਰ ਵੋਟਾਂ ਦਾ ਫਰਕ ਹੈ, ਬਹੁਤ ਵੱਡੀ ਜਿੱਤ ਹੈ, ਕਿਉਂਕਿ ਪਿਛਲੀ ਵਾਰ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਤੋਂ ਬਾਅਦ ਬਹੁਤ ਸਾਰੀਆਂ ਸੀਟਾਂ ਅਜਿਹੀਆਂ ਨੇ ਜਿੱਥੇ ਵੱਡੇ ਵੱਡੇ ਦਾਅਵੇਦਾਰ 1000, 2000 ਜਾਂ 500 ਵੋਟਾਂ ਦੇ ਫਰਕ ਦੇ ਨਾਲ ਵੀ ਜਿੱਤ ਹਾਸਲ ਕਰਦੇ ਨੇ। ਕਮਲਜੀਤ ਸਿੰਘ
ਕਾਰਵਾ ਜਿੱਤਦੇ ਨੇ ਕੜਵਲ ਜਿਹੜੇ ਇਸ ਵਾਰ ਦੁਬਾਰਾ ਫਿਰ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਟਿਕਟ ਮਿਲੀ ਹੈ ਤੇ ਗੁਰਮੀਤ ਸਿੰਘ ਕੁਲਾਰ ਲੈ ਕੇ ਗਏ ਸੀ ਔਰ ਗੁਰਮੀਤ ਸਿੰਘ ਕੁਲਾਰ ਸ਼੍ਰੋਮਣੀ ਅਕਾਲੀ ਦਲ ਦੇ ਦੇਖੋ ਵੋਟ ਸਭ ਤੋਂ ਘੱਟ 14138 ਮਹਿਜ ਵੋਟਾਂ ਪਈਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 13.32% ਸਾਰੀ ਵੋਟ ਪਈ ਆਤਮਨਗਰ ਹਲਕੇ ਦੇ ਵਿੱਚ 34.39% ਕਾਂਗਰਸ ਨੂੰ ਪਈ ਯਾਨੀ ਕਾਂਗਰਸ ਦਾ ਆਪਦਾ ਵੋਟ ਬੈਂਕ ਉੱਥੇ ਕੈਡਰ ਖੜਾ ਹੈ ਪਰ ਅਕਾਲੀ ਦਲ ਦਾ ਕੈਡਰ ਸਿਮਰਜੀਤ ਬੈਂਸਵਾਲ ਟਰਨ ਹੋ ਚੁੱਕਿਆ ਹੈ ਜੇ ਪੁਰਾਣੀਆਂ ਫਿਗਰ ਦੇਖੀਏ ਬਿਲਕੁਲ ਤਾਂ ਬਹੁਤ ਇੰਟਰਸਟਿੰਗ ਹੈ ਇਸ ਵਾਰ ਸਿਮਰਜੀਤ ਸਿੰਘ ਬੈਂਸ ਤੇ ਕੁਝ ਐਲੀਗੇਸ਼ਨਸ ਵੀ ਹੈਗੇ ਨੇ ਤਾਂ ਦੇਖਣਾ ਹੋਏਗਾ ਕਿ ਕੀ ਹੁੰਦਾ ਖੈਰ ਅਸੀਂ ਇਹ ਵੀ ਦੇਖਦੇ ਹਾਂ ਕਿ 2019 ਚ ਕੀ ਸਥਿਤੀ ਬਣੀ ਲੋਕ ਇਨਸਾਫ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਤੇ 2019 ਦੇ ਵਿੱਚ ਲੋਕ ਸਭਾ ਸੀਟ ਦੇ ਉੱਤੇ ਜਦੋਂ ਰਵਨੀਤ ਬਿੱਟੂ ਜਿੱਤਦੇ ਨੇ ਉੱਥੋਂ ਤਾਂ ਉਸ ਸਮੇਂ ਕੀ ਸਥਿਤੀ ਸੀ ਉਹ ਵੀ ਤੁਹਾਨੂੰ ਦੱਸ ਰਹੇ ਹਾਂ ਲੋਕ ਇਨਸਾਫ ਪਾਰਟੀ ਨੇ 50% ਵੋਟਾਂ ਹਾਸਲ ਕੀਤੀਆਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ 2017 ਚ ਪਰ ਇਹ ਵੋਟ ਪਰਸੈਂਟੇਜ ਘਟ ਕੇ 40% ਹੋ ਗਿਆ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਔਰ ਖਾਸ ਇਹ ਹੈ ਕਿ ਇਸ ਕੰਪੇਅਰ ਕਰੀਏ ਤਾਂ ਕਿਤੇ ਨਾ ਕਿਤੇ LIP ਜਿੱਤਣ ਚ ਕਾਮਯਾਬ ਰਹੀ ਸੀ ਘੱਟੋ ਘੱਟ ਉਸ ਸੀਟ ਦੇ ਉੱਤੇ ਤਾਂ ਆਪਣੀ ਸੀਟ ਜਿੱਤੀ ਲੋਕ ਸਭਾ ਹਾਰ ਕੇ ਲੋਕ ਸਭਾ ਆਪਣੀ ਸੀਟ ਬਿੱਟੂ ਜਿੱਤ ਕੇ ਕਾਂਗਰਸ ਦਾ ਵੋਟ ਬੈਂਕ ਘਟਿਆ ਗੌਰਵ 33.38% ਰਹਿ ਗਿਆ 34% ਵੋਟ ਬੈਂਕ ਘਟ ਗਿਆ ਪਰ ਰਵਨੀਤ ਬਿੱਟੂ ਜਿੱਤ ਗਏ ਅਕਾਲੀ ਦਲ ਦੇ ਲਈ 10% ਜਿਹੜਾ ਉਹਨਾਂ ਦਾ ਵੋਟ ਬੈਂਕ ਸੀ ਉਹ ਵਧਿਆ 22.4% ਹੁਣ ਦੇਖਣਾ ਹੋਏਗਾ ਅਕਾਲੀ ਦਲ ਕੀ ਕਰਦਾ ਔਰ ਇਸ ਵਾਰ ਇੱਕ ਇਸ ਇੰਟਰਸਟਿੰਗ ਨਾਮ ਹੋ ਰਿਹਾ ਆਪਾਂ ਚਿਹਰੇ ਦਿਖਾਵਾਂਗੇ ਅੱਗੇ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਨੇ ਉਸ ਦੇ ਵਿੱਚ ਇੱਕ ਇੰਟਰਸਟਿੰਗ ਨਾਮ ਹੋ ਰਿਹਾ ਜਿਸ ਦਾ ਜ਼ਿਕਰ ਕਰਾਂਗੇ ਵੋਟ ਪਰਸੈਂਟੇਜ ਅਸੀਂ ਦਿਖਾ ਰਹੇ ਹਾਂ ਅਗਲੀ ਸਲਾਈਡ ਦੇ ਵਿੱਚ ਅਸੀਂ ਦਿਖਾਵਾਂਗੇ ਕਿ ਚਿਹਰੇ ਕਿਹੜੇ ਨੇ ਹਰੀਸ਼ ਰਾਏ ਢਾਂਡਾ ਨੇ ਕਮਲਜੀਤ ਸਿੰਘ ਕੜਵਲ ਨੇ ਕੁਲਵੰਤ ਸਿੰਘ ਸਿੱਧੂ ਨੇ ਇਹ ਆਤਮਨਗਰ ਤੋਂ ਕਿਉਂਕਿ ਸਿਮਰਜੀਤ ਬੈਂਸ ਨੇ ਹਲੇ ਆਪਣੀ ਟਿਕਟ ਨਹੀਂ ਐਲਾਨੀ ਇਸ ਕਰਕੇ ਇਹ ਤਿੰਨ ਚਿਹਰੇ ਅਸੀਂ ਦਿਖਾ ਰਹੇ ਹਾਂ ਕੁਲਵੰਤ ਸਿੰਘ ਸਿੱਧੂ ਕਮਲਜੀਤ ਸਿੰਘ ਕੜਵਲ ਤੇ ਹਰੀਸ਼ ਰਾਏ ਢਾਂਡਾ ਸੋ ਇਸ ਤੋਂ ਇਲਾਵਾ ਇੱਕ ਪ੍ਰੇਮ ਮਿੱਤਲ ਨੂੰ ਗੌਰਵ ਉਤਾਰਿਆ ਹੈ ਜਿਹੜੇ ਪ੍ਰੇਮ ਮਿੱਤਲ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਕੈਂਡੀਡੇਟ ਬਣੇ ਨੇ ਆਤਮਨਗਰ ਤੋਂ ਪ੍ਰੇਮ ਮਿੱਤਲ ਪਹਿਲਾਂ ਮਾਨਸਾ ਤੋਂ ਅਕਾਲੀ ਦਲ ਦੇ MLA ਰਹਿ ਚੁੱਕੇ ਨੇ ਸੋ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਦਾਨ 'ਚ ਉਤਾਰਿਆ ਦੇਖੋ ਕਿੰਨਾ ਕੁ ਇਫੈਕਟ ਪਾਉਂਦੇ ਨੇ ਇਸ ਸੀਟ ਤੇ ਇਹ ਅਹਿਮ ਰਹੇਗਾ ਉਹ ਕੈਪਟਨ ਦੇ ਵੀ ਕਰੀਬੀ ਰਹੇ ਤੇ ਦੂਜੀ ਗੱਲ ਇਹ ਹੈ ਕਿ ਹੁਣ ਇਸ ਵਾਰ ਉਹ ਬੀਜੇਪੀ ਦੇ ਵੋਟ ਬੈਂਕ ਦੇ ਨਾਲ ਵੀ ਜਾਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਜਦੋਂ ਲੁਧਿਆਣਾ ਦੇ ਵਿੱਚ ਜਾਂਦੇ ਆਪਾਂ ਤਾਂ ਉੱਥੇ ਹਿੰਦੂ ਵੋਟ ਬੈਂਕ ਸ਼ਹਿਰੀ ਵੋਟ ਬੈਂਕ ਹੈ ਤਾਂ ਜਿੱਥੇ ਬੀਜੇਪੀ ਦਾ ਪ੍ਰਭਾਵ ਹੁੰਦਾ ਹੈ ਤਾਂ ਖੈਰ ਜੇ ਹੁਣ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਤੋਂ ਆਉਂਦੇ ਨੇ ਪ੍ਰੇਮ ਮਿੱਤਲ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹੋ ਤਾਂ ਇੱਕ ਤਰੀਕੇ ਨਾਲ ਗੜਜੋੜ ਦੇ ਕੈਂਡੀਡੇਟ ਨੇ ਔਰ ਬੀਜੇਪੀ ਦੀ ਵੀ ਵੋਟ ਕਿੰਨੀ ਪੈਂਦੀ ਹੈ ਔਰ ਇਨਫੈਕਟ ਇਹ ਵੀ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਆਪਣੀ ਵੋਟ ਸਿਮਰਜੀਤ ਸਿੰਘ ਬੈਂਸ ਆਪਣੇ ਨਾਲ ਰੱਖ ਪਾਉਂਦੇ ਨੇ ਜਾਂ ਨਹੀਂ ਮੈਂ ਜੋ ਪਹਿਲਾਂ ਜ਼ਿਕਰ ਕੀਤਾ ਸੀ ਕੁਝ ਐਲੀਗੇਸ਼ਨਸ ਲੱਗੇ ਰਸਮੀ ਐਲਾਨ ਨਹੀਂ ਕੀਤਾ ਪਰ ਕੈਂਡੀਡੇਟ ਤੇ ਅੰਡਰਸਟੂਡ ਹੀ ਹੈ ਕਿ ਬੈਂਸ ਹੀ ਹੋਣਗੇ ਸੁਣਵਾ ਦਿੰਦੇ ਆ ਕਿ ਆਤਮਨਗਰ ਹਲਕੇ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਸਰਕਾਰ ਤਾਂ ਭਾਵੇਂ ਕੋਈ ਹੋਵੇ ਤੇ ਜਿਹੜੀ ਪਬਲਿਕ ਦਾ ਸੁਧਾਰੇ ਕੋਈ ਕੰਮ ਕਰੇ ਸਿਹਤ ਬਜ਼ੁਰਗ ਦਾ ਬੱਚਿਆਂ ਦਾ ਬੁੱਢਿਆਂ ਦਾ ਆਪਣੀ ਸਿਹਤ ਦਾ ਧਿਆਨ ਰੱਖਣ ਉਹ ਹੁੰਦੀ ਆ ਇਹ ਵੋਟਾਂ ਲੈ ਲੈਂਦੇ ਨੇ ਵੋਟਾਂ ਲੈ ਕੇ ਆਪਦੇ ਖੁੱਡਿਆਂ ਜਾ ਵੜਦੇ ਨੇ ਕੋਈ ਵੀ ਸਰਕਾਰ ਆਏ ਜੀ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਹੋਣੇ ਚਾਹੀਦੇ ਆ ਕਿ ਅਸੀਂ ਇਹ ਚਾਹੁੰਦੇ ਆ ਵੀ ਕੋਈ ਵੀ ਸਰਕਾਰ ਆਵੇ ਲੋਕਾਂ ਦੇ ਹਿੱਤ ਦੀ ਆਵੇ ਮਜ਼ਦੂਰ ਨੂੰ ਰੋਟੀ ਮਿਲੇ ਬੰਦੇ ਨੂੰ ਆਪਣੀ ਛੱਤ ਮਿਲੇ ਮੈਡੀਕਲ ਫੈਸਿਲਿਟੀ ਮਿਲੇ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲ ਰਿਹਾ ਲੋਕਾਂ ਨੂੰ ਬਹੁਤ ਪਰੇਸ਼ਾਨੀ ਚੱਲ ਰਹੀ ਹੈ ਅਗਲੀ ਸੀਟ ਦਾ ਅਸੀਂ ਜ਼ਿਕਰ ਕਰਾਂਗੇ ਹੁਣ ਕਿਉਂਕਿ ਸੀਟਾਂ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਤੇ ਇਸ ਵਿਚਾਲੇ ਇੱਕ ਸੀਟ ਦਾ ਅਸੀਂ ਜ਼ਿਕਰ ਕਰਾਂਗੇ ਜੋ ਚੰਡੀਗੜ੍ਹ ਦੇ ਨਾਲ ਲੱਗਦੀ ਸੀਟ ਹੈ ਤੇ ਸੀਟ ਦਾ ਨਾਮ ਹੈ ਡੇਰਾਬੱਸੀ ਅਕਾਲੀ ਦਲ ਜਿੱਤਣ ਦੇ ਵਿੱਚ ਕਾਮਯਾਬ ਰਿਹਾ ਸੀ 2017 ਦੇ ਵਿੱਚ ਅਕਾਲੀ ਦਲ ਭਾਜਪਾ ਦਾ ਗੜਜੋੜ ਸੀ ਇਹ ਵੀ ਜ਼ਿਕਰ ਹਰ ਸੀਟ ਦੇ ਉੱਤੇ ਕਰਨਾ ਜ਼ਰੂਰੀ ਹੋਏਗਾ ਕਿਉਂਕਿ 2017 ਤੇ 2019 ਦੇ ਵਿੱਚ ਚਾਹੇ ਲੋਕ ਸਭਾ ਚੋਣਾਂ ਹੋਣ ਜਾਂ ਫਿਰ ਵਿਧਾਨ ਸਭਾ ਚੋਣਾਂ ਉਸ ਸਮੇਂ ਅਕਾਲੀ ਦਲ ਬੀਜੇਪੀ ਦਾ ਗੜਜੋੜ ਸੀ ਜੋ ਹੁਣ ਟੁੱਟ ਚੁੱਕਿਆ ਹੈ ਤੇ ਉਸ ਦੇ ਨਾਲ ਕੀ ਵੋਟਾਂ ਵੰਡੀਆਂ ਜਾਣਗੀਆਂ ਜਾਂ ਕੀ ਨਫਾ ਨੁਕਸਾਨ ਹੁੰਦਾ ਉਸ ਤੇ ਨਜ਼ਰ ਰਹੇਗੀ ਪਰ ਗੱਲ ਕਰਾਂਗੇ ਡੇਰਾਬੱਸੀ ਹਲਕੇ ਆંકੜੇ ਅਸੀਂ ਡੇਰਾਬੱਸੀ ਦੇ ਦੇਖੀਏ NK ਸ਼ਰਮਾ ਲਗਾਤਾਰ ਵਿਧਾਇਕ ਬਣਦੇ ਆ ਰਹੇ ਨੇ 2 ਵਾਰ ਜਿੱਤੇ ਨੇ ਡੇਰਾਬੱਸੀ ਤੋਂ 70,000 ਵੋਟ ਲੈ ਕੇ ਗਏ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਇਆ ਪਿਛਲੀ ਵਾਰ ਖਾਸ ਕਰਕੇ ਜਦੋਂ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਸੀ ਔਰ ਅਕਾਲੀ ਦਲ ਨੂੰ ਮਹਿਜ 12 ਸੀਟਾਂ ਆਈਆਂ ਉਹਨਾਂ ਦੇ ਵਿੱਚੋਂ ਇੱਕ ਸੀਟ ਡੇਰਾਬੱਸੀ ਦੀ ਔਰ 70,792 ਵੋਟਾਂ ਪਈਆਂ NK ਸ਼ਰਮਾ ਨੂੰ ਦੂਸਰੇ ਨੰਬਰ ਤੇ ਦੀਪਿੰਦਰ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੀ ਦੀਪਿੰਦਰ ਢਿੱਲੋਂ ਜਿਨ੍ਹਾਂ ਨੂੰ ਕਹਿੰਦੇ ਆ 68,871 ਵੋਟਾਂ ਪਈਆਂ ਦੀਪਿੰਦਰ ਢਿੱਲੋਂ ਨੂੰ ਔਰ ਸਰਬਜੀਤ ਕੌਰ ਜਿਹੜੇ ਕੈਪਟਨ ਕਮਲਜੀਤ ਸਿੰਘ ਦੀ ਧਰਮ ਪਤਨੀ ਨੇ ਕੈਪਟਨ ਕਮਲਜੀਤ ਸਿੰਘ ਦਾ ਚੰਗਾ ਆਧਾਰ ਰਿਹਾ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਵੋਟ ਲੈ ਕੇ ਗਏ 33,150 ਯਾਨੀ ਡੇਰਾਬੱਸੀ ਦੇ ਵਿੱਚ ਅਕਾਲੀ ਦਲ ਦੀ ਪਕੜ ਜਿਹੜੀ ਹੈ ਉਹ ਬਣੀ ਰਹੀ ਹੈ 40% ਵੋਟ ਪਈ 38% ਕਾਂਗਰਸ ਨੂੰ ਔਰ 18%
ਜਿਹੜੀ ਸੀ ਉਹ ਆਮ ਆਦਮੀ ਪਾਰਟੀ ਨੂੰ। ਤੇ ਹੁਣ ਗੱਲ ਕਰਾਂਗੇ ਕਿ 2017 ਤੇ 2019 ਦੇ ਵਿੱਚ ਕਿਵੇਂ ਤਸਵੀਰ ਬਦਲੀ ਹੈ, ਕਿਉਂਕਿ ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਜਿੱਤ ਹਾਸਲ ਕੀਤੀ ਸੀ ਅਕਾਲੀ ਦਲ ਨੇ ਔਰ ਪੰਜਾਬ ਦੇ ਵਿੱਚ ਬੇਸ਼ੱਕ ਬਹੁਤ ਵਧੀਆ ਪਰਫਾਰਮੈਂਸ ਨਹੀਂ ਸੀ, ਪਰ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 40% ਵੋਟ ਸੀ ਤੇ ਉਸ ਤੋਂ ਬਾਅਦ ਇਹ 2019 ਦੇ ਵਿੱਚ ਵੋਟ ਵੱਧ ਕੇ 49% ਦੇ ਕਰੀਬ ਹੋ ਗਈ। ਖੈਰ ਉਸ ਦਾ ਅਸੀਂ ਜ਼ਿਕਰ ਕਰਾਂਗੇ, ਪਰ ਪਹਿਲਾਂ ਇਨਕੇ ਜਿਹੜੇ ਉੱਥੋਂ ਕੈਂਡੀਡੇਟ ਅਨਾਉਂਸ ਕੀਤੇ ਗਏ ਨੇ ਉਹਨਾਂ ਦਾ ਅਸੀਂ ਜ਼ਿਕਰ ਕਰ ਲਈਏ। ਤਾਂ ਡੇਰਾਬੱਸੀ ਦੇ ਉੱਤੇ ਅਸੀਂ ਵਾਪਸ ਆਉਣਾ, ਡੇਰਾਬੱਸੀ ਵਿਧਾਨ ਸਭਾ ਹਲਕੇ ਦਾ ਅਸੀਂ ਜ਼ਿਕਰ ਕਰਾਂਗੇ। ਐਨਕੇ ਸ਼ਰਮਾ ਨੂੰ ਦੁਬਾਰਾ ਉੱਥੋਂ ਕੈਂਡੀਡੇਟ ਅਨਾਉਂਸ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ। ਅਗਲੀ ਸੀਟ ਦਾ ਅਸੀਂ ਰੁਕ ਕਰਦੇ ਹਾਂ ਤੇ ਗੱਲ ਹੋਵੇਗੀ ਅੰਮ੍ਰਿਤਸਰ ਨਾਰਥ ਦੀ। ਅੰਮ੍ਰਿਤਸਰ ਨਾਰਥ ਸੀਟ ਕਾਫੀ ਮਹੱਤਵਪੂਰਨ ਸੀਟ ਹੈ। ਅੰਮ੍ਰਿਤਸਰ ਨਾਰਥ ਵਿਧਾਨ ਸਭਾ ਸੀਟ ਇਸ ਵੇਲੇ ਮੁਕਾਬਲਾ ਕਾਫੀ ਦਿਲਚਸਪ ਹੈ। ਕਿਹੜੇ ਕਿਹੜੇ ਚਿਹਰੇ ਨੇ, ਕੀ ਆંકੜੇ ਨੇ। ਅੰਮ੍ਰਿਤਸਰ ਉੱਤਰੀ ਦੇ ਅਸੀਂ ਆંકੜੇ ਦਿਖਾ ਰਹੇ ਹਾਂ। ਸੁਨੀਲ ਦੱਤੀ ਮੌਜੂਦਾ ਵਿਧਾਇਕ ਨੇ, ਅੰਮ੍ਰਿਤਸਰ ਸੀਟ ਤੋਂ 59,212 ਵੋਟਾਂ ਲੈ ਕੇ ਗਏ ਸੀ। 50% ਤੋਂ ਜ਼ਿਆਦਾ 50.56% ਵੋਟ ਉਹਨਾਂ ਨੂੰ ਪਈ। ਦੂਸਰੇ ਨੰਬਰ ਤੇ ਅਨਿਲ ਜੋਸ਼ੀ ਬੀਜੇਪੀ ਦੇ ਉਮੀਦਵਾਰ ਸੀ, ਜਿਹੜੇ ਇਸ ਵਾਰੀ ਅਕਾਲੀ ਦਲ ਦੇ ਉਮੀਦਵਾਰ ਬਣ ਚੁੱਕੇ ਨੇ। 44,000 ਵੋਟ ਅਨਿਲ ਜੋਸ਼ੀ ਲੈ ਕੇ ਗਏ, 38% ਵੋਟ ਪਈ। ਔਰ ਮਨੀਸ਼ ਅਗਰਵਾਲ ਆਮ ਆਦਮੀ ਪਾਰਟੀ ਦਾ, ਕਿਉਂਕਿ ਦੁਆਬੇ ਤੇ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਬਹੁਤ ਚੰਗੀ ਉਹਨਾਂ ਦੀ ਪਰਫਾਰਮੈਂਸ ਨਹੀਂ ਰਹੀ ਜਾਂ ਚੰਗਾ ਰਿਸਪੌਂਸ ਨਹੀਂ ਮਿਲਿਆ। ਮਹਿਜ਼ 9% ਵੋਟ ਪਈ ਸੀ ਆਮ ਆਦਮੀ ਪਾਰਟੀ ਨੂੰ ਨਾਰਥ ਸੀਟ ਤੇ ਅੰਮ੍ਰਿਤਸਰ। ਬਿਲਕੁਲ ਇਸ ਵਾਰ ਇਸ ਸੀਟ ਦੇ ਉੱਤੇ ਦਿਲਚਸਪ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਜਦੋਂ ਅਸੀਂ ਕੈਂਡੀਡੇਟਸ ਦਿਖਾਵਾਂਗੇ। ਕੁਮਰ ਵਿਜੇ ਪ੍ਰਤਾਪ ਇੱਥੋਂ ਕੈਂਡੀਡੇਟ ਨੇ ਇਸ ਵਾਰ ਆਮ ਆਦਮੀ ਪਾਰਟੀ ਦੇ, ਜਿਹੜੇ ਸਾਬਕਾ IPS ਨੇ। ਪਰ ਵੋਟ ਪਰਸੈਂਟੇਜ ਦਾ ਅਸੀਂ ਜ਼ਿਕਰ ਕਰ ਲਈਏ, ਕਾਂਗਰਸ ਨੂੰ 2017 ਦੇ ਵਿੱਚ 50% ਤੋਂ ਜ਼ਿਆਦਾ ਵੋਟ ਪੈਂਦੀ ਹੈ ਤੇ ਅੰਮ੍ਰਿਤਸਰ ਦਾ ਜਦੋਂ ਲੋਕ ਸਭਾ ਦੀ ਚੋਣ ਹੁੰਦੀ ਹੈ, ਅੰਮ੍ਰਿਤਸਰ ਲੋਕ ਸਭਾ ਨਾਰਥ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਦੇ ਅੰਡਰ ਆਉਂਦਾ ਹੈ, ਉੱਥੇ ਗੁਰਜੀਤ ਔਜਲਾ ਜਿੱਤੇ ਸੀ ਤਾਂ ਕਰੀਬ ਆਪਣੀ ਵੋਟ ਨੂੰ ਰਿਟੇਨ ਕਰਨ ਦੇ ਵਿੱਚ ਕਾਮਯਾਬ ਰਹੇ ਸੀ ਉਸ ਸਮੇਂ ਤੇ ਕਰੀਬ 48% ਵੋਟ ਪੈਂਦੀ ਹੈ। ਉਸ ਤੋਂ ਬਾਅਦ ਬੀਜੇਪੀ 38%। ਇਹ ਵਾਰ-ਵਾਰ ਅਸੀਂ ਜ਼ਿਕਰ ਕਰ ਰਹੇ ਹਾਂ ਕਿ 38% ਅਕਾਲੀ ਦਲ ਬੀਜੇਪੀ ਗਠਜੋੜ ਦੀ ਵੋਟ ਆ ਉਹ, ਜਿਹੜੀ 2017 ਔਰ 2019 ਦੀ ਤੁਸੀਂ ਦੇਖ ਰਹੇ ਹੋ। ਹੁਣ ਸਮੀਕਰਨ ਬਦਲੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਦੋਵੇਂ ਵੱਖ-ਵੱਖ ਹੋ ਚੁੱਕੇ ਨੇ। 38% ਵੋਟ ਉਸ ਸਮੇਂ ਸੀ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਬੀਜੇਪੀ ਦੀ ਵੋਟ ਵਧੀ ਔਰ ਉਸ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਜੋ ਆਮ ਆਦਮੀ ਪਾਰਟੀ ਨੂੰ ਕਰੀਬ 9-10% ਵੋਟ ਪਈ ਸੀ 2017 ਦੇ ਵਿੱਚ, ਉਹ ਵੀ ਟੁੱਟ ਗਈ ਔਰ ਬਹੁਤ ਕਰੀਬ 2% ਰਹਿ ਗਈ। ਬਿਲਕੁਲ ਕਰੀਬ 1.5% ਦੇ ਉੱਤੇ 2% ਦੇ ਉੱਤੇ ਆ ਗਏ ਸੀ ਤਾਂ ਕਿਤੇ ਨਾ ਕਿਤੇ ਜਿਹੜਾ ਬੀਜੇਪੀ ਨੂੰ ਵੋਟ ਟ੍ਰਾਂਸਫਰ ਹੋਇਆ ਉਸ ਸਮੇਂ। ਹੁਣ ਅੱਗੇ ਵਧਦੇ ਹਾਂ ਅਸੀਂ ਤੇ ਗੱਲ ਹੋਵੇਗੀ ਕੈਂਡੀਡੇਟਸ ਦੀ। ਸੋ ਇਸ ਵਾਰ ਕੈਂਡੀਡੇਟਸ ਜਿਹੜੇ ਨੇ, ਅਨਿਲ ਜੋਸ਼ੀ ਜਿਹੜੇ ਪਿਛਲੀ ਵਾਰ ਬੀਜੇਪੀ ਦੇ ਉਮੀਦਵਾਰ ਸੀ, ਉਹ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਬਣ ਚੁੱਕੇ ਨੇ। ਸੀਟ ਉਹੀ ਹੈ, ਅਨਿਲ ਜੋਸ਼ੀ ਅਕਾਲੀ ਦਲ ਤੋਂ ਖੜੇ ਨੇ, ਕਾਂਗਰਸ ਪਾਰਟੀ ਤੋਂ ਸੁਨੀਲ ਦੱਤੀ ਦੁਬਾਰਾ ਨੇ। ਮੁਕਾਬਲਾ ਫਿਰ ਇਹਨਾਂ ਦੇ ਨਾਲ ਹੈ। ਤੀਸਰਾ ਇੱਕ ਚਿਹਰਾ ਜਿਸ ਦਾ ਗੌਰਵ ਜ਼ਿਕਰ ਕਰ ਰਹੇ ਸੀ, ਕੁਮਰ ਵਿਜੇ ਪ੍ਰਤਾਪ ਦੀ ਐਂਟਰੀ ਹੋਈ ਹੈ ਨਵੀਂ। ਇਸ ਵਾਰ ਸਿਆਸਤ ਦੇ ਵਿੱਚ ਸਾਬਕਾ ਪੁਲਿਸ ਅਫਸਰ ਨੇ ਔਰ ਕਾਫੀ ਚਰਚਾ ਦੇ ਵਿੱਚ ਰਹੇ ਨੇ ਪਿਛਲੇ ਸਮੇਂ। ਜ਼ੋਰ ਸ਼ੋਰ ਨਾਲ ਪ੍ਰਚਾਰ 'ਚ ਜੁਟੇ ਹੋਏ ਨੇ ਔਰ ਕੁਮਰ ਵਿਜੇ ਪ੍ਰਤਾਪ ਇਸ ਵੇਲੇ ਟੱਕਰ ਦੇ ਰਹੇ ਨੇ। ਹਲੇ ਬੀਜੇਪੀ ਵੱਲੋਂ ਆਪਣਾ ਉਮੀਦਵਾਰ ਜਿਹੜਾ ਹੈ ਉਹ ਐਲਾਨਿਆ ਨਹੀਂ ਗਿਆ। ਬੀਜੇਪੀ ਆਪਣਾ ਉਮੀਦਵਾਰ ਕਿਹੜਾ ਐਲਾਨਦੀ ਹੈ ਕਿਉਂਕਿ ਬੀਜੇਪੀ ਦੀ ਇਹ ਪੱਕੀ ਸੀਟ ਰਹੀ ਹੈ। ਅਕਾਲੀ ਦਲ ਇਸ ਸੀਟ ਤੇ ਨਹੀਂ ਲੜਦਾ। ਨਹੀਂ ਸ਼ਾਇਦ ਆ ਗਈ ਹੈ ਟਿਕਟ, ਸੁਖਵਿੰਦਰ ਸਿੰਘ ਪਿੰਟੂ ਉੱਥੋਂ ਬੀਜੇਪੀ ਨੇ ਅਨਾਉਂਸ ਕੀਤੇ ਹਨ। ਤਾਂ ਇਹ ਬਹੁਤ ਇੰਟਰਸਟਿੰਗ ਹੈ ਕਿਉਂਕਿ ਜਿਹੜੀ 40-45% ਵੋਟ ਪਈ ਅਸੀਂ ਦਿਖਾ ਰਹੇ ਹਾਂ, ਅਨਿਲ ਜੋਸ਼ੀ ਉੱਥੇ ਇੱਕ ਵੱਡਾ ਚਿਹਰਾ ਨੇ। 2017 ਸਮੇਂ ਜਿਹੜੀ ਸਰਕਾਰ ਸੀ 12 ਤੋਂ 17 ਤੋਂ ਉਸ ਸਮੇਂ ਅਨਿਲ ਜੋਸ਼ੀ ਕੈਬਨਿਟ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ। ਦੂਰੀਆਂ ਵਧੀਆਂ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਦੌਰਾਨ ਤੇ ਉਸ ਤੋਂ ਬਾਅਦ ਉਹਨਾਂ ਨੇ ਬੀਜੇਪੀ ਛੱਡੀ, ਅਕਾਲੀ ਦਲ ਨੂੰ ਜੁਆਇਨ ਕੀਤਾ, ਅਕਾਲੀ ਦਲ ਨੇ ਟਿਕਟ ਵੀ ਲੈ ਲਈ ਔਰ ਜਿਸ ਤਰੀਕੇ ਨਾਲ ਵਿਜੇ ਅਨਿਲ ਜੋਸ਼ੀ ਸੁਖਬੀਰ ਬਾਦਲ ਦੇ ਨਾਲ ਨਜ਼ਰ ਆ ਰਹੇ ਨੇ ਤਾਂ ਪੰਜਾਬ ਦੇ ਵਿੱਚ ਇੱਕ ਵੱਡੇ ਹਿੰਦੂ ਚਿਹਰੇ ਦੇ ਤੌਰ ਦੇ ਉੱਤੇ ਵੀ ਅਕਾਲੀ ਦਲ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਦੇ ਵਿੱਚ ਜ਼ਰੂਰ ਲੱਗਿਆ ਹੋਇਆ। ਕਿਉਂਕਿ ਜਿਸ ਦਿਨ ਅਨਿਲ ਜੋਸ਼ੀ ਨੇ ਜੁਆਇਨ ਕੀਤਾ ਅਕਾਲੀ ਦਲ ਦਫ਼ਤਰ ਦੇ ਵਿੱਚ ਚੰਡੀਗੜ੍ਹ, ਉਸ ਦਿਨ ਸੁਖਬੀਰ ਬਾਦਲ ਵੱਲੋਂ ਆਪਣੀ ਸਪੀਚ ਦੇ ਵਿੱਚ ਕਿਹਾ ਗਿਆ ਕਿ ਹੁਣ ਮਾਝੇ ਦਾ ਇੱਕ ਨਹੀਂ ਮਾਝੇ ਦੇ 2 ਜਰਨੈਲ ਹੋ ਗਏ ਨੇ ਕਿਉਂਕਿ ਵਿਕਰਮ ਮਜੀਠੀਆ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਤਾਂ ਉਹਨਾਂ ਨੇ ਅਨਿਲ ਜੋਸ਼ੀ ਨੂੰ ਇਸ ਤਰੀਕੇ ਨਾਲ ਇੱਕ ਉਹਨਾਂ ਦਾ ਜਿਹੜਾ ਆਧਾਰ ਸੀ ਉਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ 9-10% ਵੋਟ ਸੀ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਕੋਲ। ਕੁਮਰ ਵਿਜੇ ਪ੍ਰਤਾਪ ਦੀ ਐਂਟਰੀ ਮਾਝੇ ਦੇ ਵਿੱਚ ਕਿੰਨਾ ਕੁ ਆਮ ਆਦਮੀ ਪਾਰਟੀ ਦੇ ਲਈ ਸੰਜੀਵਨੀ ਸਾਬਤ ਹੋ ਸਕਦੀ ਹੈ, ਇੱਕ ਵੱਡੀ ਗੱਲ। ਹਾਲਾਂਕਿ ਆਮ ਆਦਮੀ ਪਾਰਟੀ ਨੇ ਇਸ ਵਾਰ ਮਾਝੇ ਦੇ ਵਿੱਚ ਫੋਕਸ ਬਹੁਤ ਕੀਤਾ ਹੈ, ਜਿੰਨੀਆਂ ਫੇਰੀਆਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਾਂ ਜਿਹੜੇ ਹੋਰ ਵੱਡੇ ਲੀਡਰ ਨੇ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ। ਅੰਮ੍ਰਿਤਸਰ ਉੱਤਰੀ ਦੇ ਲੋਕ ਕੀ ਕਹਿੰਦੇ ਨੇ ਉਹ ਤੁਹਾਨੂੰ ਸੁਣਾਉਂਦੇ ਆ ਕਿ ਉੱਥੇ ਦੇ ਹਲਕੇ ਦੀ ਸਿਆਸੀ ਹਵਾ ਲੋਕ ਕਿਵੇਂ ਦੇਖ ਰਹੇ ਨੇ, ਉਹ ਸੁਣੋ। ਮੁੱਦੇ ਦੇ ਜਿਸ ਤਰ੍ਹਾਂ ਹੈਗਾ ਜੀ, ਬੇਰੁਜ਼ਗਾਰੀ ਦਿਨ ਬ ਦਿਨ ਵੱਧਦੀ ਜਾ ਰਹੀ ਆ। ਕੋਈ ਡਿਵੈਲਪਮੈਂਟ ਕੋਈ ਸਰਕਾਰ ਆਵੇ ਅਜੇ ਤੱਕ ਕਾਫੀ ਚਿਰ ਦੇ ਤੋਂ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ। ਸੜਕਾਂ ਟੁੱਟੀਆਂ ਪਈਆਂ, ਮੁੱਦੇ ਦੇ ਸੜਕਾਂ ਟੁੱਟ ਗਈਆਂ ਨੇ, ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਕਿਸੇ ਨੂੰ, ਬੇਰੁਜ਼ਗਾਰ ਦੁਨੀਆ ਤੁਰੀ ਫਿਰਦੀ ਆ। ਟੀਚਰ ਜੁੱਤੀਆਂ ਖਾਣ ਡਏ ਨੇ, ਪੜ੍ਹੇ ਲਿਖੇ ਜਮਾਤ ਆ। ਉਹ ਕੰਮ ਚੰਨੀ ਸਾਹਿਬ ਕਹਿ ਗਏ ਉਹ ਕਰਦੇ ਸੀ, ਉਹਨਾਂ ਕੋਲ ਟਾਈਮ ਥੋੜਾ ਸੀ। ਅਗਰ ਟਾਈਮ ਜ਼ਿਆਦਾ ਹੁੰਦਾ ਤਾਂ ਉਹਨਾਂ ਨੇ ਕੁਝ ਕਰਕੇ ਵਿਖਾਉਣਾ ਸੀ।
ਨੋਟਦੇਵ ਸਾਹਿਬ ਦੀ ਬੇਰੁਜ਼ਗਾਰੀ ਬਹੁਤ ਜ਼ਿਆਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਵਾਰ ਥੋੜਾ ਬਦਲਾਅ ਹੋਵੇ, ਮਤਲਬ ਨਵੀਂ ਸਰਕਾਰ ਆਵੇ। ਰੋਡ ਦੇਖੋ ਸਾਰੇ ਟੁੱਟੇ ਹੈ, ਸਾਰਾ ਕੋਈ ਹੈ, ਸਾਰੇ ਲੋਕ ਬੇਰੁਜ਼ਗਾਰ ਹੈ ਇਸ ਟਾਈਮ। ਤੇ ਅਗਲੀ ਸੀਟ ਦਾ ਰੁਖ ਕਰ ਲੈਨੇ ਹਾਂ। ਅਗਲੀ ਸੀਟ ਹੈ ਸੁਜਾਨਪੁਰ ਵਿਧਾਨ ਸਭਾ ਹਲਕਾ, ਜਿੱਥੋਂ ਬੀਜੇਪੀ ਦੇ ਵਿਧਾਇਕ ਆਉਂਦੇ ਨੇ ਬਣ ਕੇ। ਸੁਜਾਨਪੁਰ ਵਿਧਾਨ ਸਭਾ ਹਲਕਾ, ਦਿਨੇਸ਼ ਸਿੰਘ ਬੱਬੂ ਜਿਹੜੇ ਇਸ ਵੇਲੇ ਮੌਜੂਦਾ ਵਿਧਾਇਕ ਨੇ, ਪੰਜਾਬ ਸਰਕਾਰ ਦੇ ਵਿੱਚ ਡਿਪਟੀ ਸਪੀਕਰ ਰਹਿ ਚੁੱਕੇ ਨੇ ਜਦੋਂ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਸੀ। ਸੋ ਦਿਨੇਸ਼ ਸਿੰਘ ਬੱਬੂ ਜੇ ਪਰਸੈਂਟੇਜ ਦੇਖੀਏ 48,910 ਵੋਟਾਂ ਉਹਨਾਂ ਨੂੰ ਪਈਆਂ ਸੀ, ਕਰੀਬ 39.39%। ਔਰ ਦੂਸਰੇ ਨੰਬਰ ਤੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਸੀ ਆਗਿਆ ਸਿੰਘ, 30,000 ਵੋਟ ਪਈ, 24% ਵੋਟ ਪਈ। ਔਰ ਕੁਲਭੂਸ਼ਣ ਸਿੰਘ, ਉਹੀ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਉਸ ਇਲਾਕੇ ਦੇ ਵਿੱਚ ਆਪ ਦੀ ਪਰਫਾਰਮੈਂਸ ਚੰਗੀ ਰਹੀ ਨਹੀਂ, ਮਹਿਜ਼ 2% ਵੋਟ, 2831 ਵੋਟਾਂ ਪਿਛਲੇ ਜ਼ਮਾਨਤ ਜ਼ਬਤ ਹੋ ਗਈ। ਹਾਂ, ਜ਼ਮਾਨਤ ਜ਼ਬਤ ਹੋ ਗਈ ਸੀ। ਠੀਕ ਹੈ, ਤੇ ਇਸ ਤੋਂ ਬਾਅਦ ਅਸੀਂ ਪਰਸੈਂਟੇਜ ਦੇ ਹਿਸਾਬ ਨਾਲ ਇਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ 2017 ਤੇ 19 ਦੇ ਵਿੱਚ ਕਿਵੇਂ ਫਰਕ ਨਜ਼ਰ ਆਇਆ। ਖਾਸ ਇਹ ਵੀ ਹੈ ਕਿ ਜਿਹੜਾ ਪਠਾਨਕੋਟ ਦਾ ਇਲਾਕਾ ਹੈ ਉੱਥੇ ਵੱਡੀ ਵੋਟ ਹਿੰਦੂ ਵੋਟ ਬੈਂਕ ਦੀ ਹੈ, ਮਹਾਜਨ ਭਾਈਚਾਰੇ ਦੀ ਬਹੁਤ ਹੈ ਉੱਥੇ ਵੋਟ। ਔਰ ਬੀਜੇਪੀ ਦਾ ਬਈ ਗੜ ਕਿਹਾ ਜਾਂਦਾ ਹੈ। ਦੇਖੋ ਬੀਜੇਪੀ ਪੰਜਾਬ ਦੇ ਪ੍ਰਧਾਨ ਇਸ ਵਾਰ ਪਠਾਨਕੋਟ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸੁਜਾਨਪੁਰ ਤੋਂ ਦਿਨੇਸ਼ ਬੱਬੂ ਮੌਜੂਦਾ ਵਿਧਾਇਕ ਨੇ। ਕਹਿ ਰਿਹਾ ਸੀ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬੀਜੇਪੀ ਨੇ 39% ਤੋਂ ਜ਼ਿਆਦਾ ਵੋਟਾਂ ਲੈ ਕੇ ਦਿਨੇਸ਼ ਬੱਬੂ ਨੇ ਜਿੱਤ ਹਾਸਲ ਕੀਤੀ ਤੇ ਜਦੋਂ ਲੋਕ ਸਭਾ ਦੀ ਵਾਰੀ ਆਈ ਤਾਂ 62% ਤੋਂ ਜ਼ਿਆਦਾ ਵੋਟ ਪਈ ਹੈ। ਬਹੁਤ ਇੰਟਰਸਟਿੰਗ ਹੈ। ਖਾਸ ਇਹ ਵੀ ਹੈ ਕਿ ਗੁਰਦਾਸਪੁਰ ਤੋਂ ਬੀਜੇਪੀ ਨੇ ਜਿੱਤ ਹਾਸਲ ਕੀਤੀ ਸੀ। ਸਨੀ ਦਿਓਲ ਉੱਥੇ ਜਿੱਤੇ ਸਨ, ਸੁਨੀਲ ਜਾਖੜ ਨੂੰ ਹਰਾ ਕੇ ਉਹਨਾਂ ਨੇ ਲੋਕ ਸਭਾ ਦੇ ਵਿੱਚ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਕਾਂਗਰਸ ਦੇ ਲਈ ਵੀ ਕਿਤੇ ਨਾ ਕਿਤੇ ਗੇਨ ਕਰਨ ਵਾਲਾ ਮਾਹੌਲ ਜ਼ਰੂਰ ਹੈ। ਵੋਟ ਬੈਂਕ ਕਾਂਗਰਸ ਦਾ ਜ਼ਰੂਰ ਵਧਿਆ ਕਿਉਂਕਿ ਇਸ ਤੋਂ ਬਾਅਦ ਇੱਕ ਬਾਈ ਇਲੈਕਸ਼ਨ ਹੋਇਆ ਸੀਗਾ। ਬਾਈ ਇਲੈਕਸ਼ਨ ਦੇ ਵਿੱਚ ਸੁਨੀਲ ਜਾਖੜ ਜਿਹੜੇ ਸੀਗੇ ਉਹ ਜਿੱਤ ਕੇ ਆਏ ਸੀ, ਪਰ ਦੂਸਰੀ ਵਾਰੀ ਲੋਕ ਸਭਾ ਦੇ ਵਿੱਚ ਸੁਨੀਲ ਜਾਖੜ ਹਾਰ ਗਏ। ਔਰ ਸਨੀ ਦਿਓਲ ਜਿਹੜੀ 62% ਵੋਟ ਗਈ ਉਸਦੇ ਦੋ ਵਜ੍ਹਾ ਹੋ ਸਕਦੀਆਂ ਜਿਹੜੀਆਂ। ਇੱਕ ਤੇ ਪ੍ਰਾਈਮ ਮਿਨਿਸਟਰ ਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਚਿਹਰਾ ਸੀ, ਉਹ ਵੋਟ ਸਿੱਧੀ ਪ੍ਰਧਾਨ ਮੰਤਰੀ ਮੋਦੀ ਨੂੰ ਜਾ ਰਹੀ ਸੀ। ਲੋਕ ਸਭਾ ਦੀ ਵੋਟ ਲੋਕ ਇਹ ਸੋਚ ਕੇ ਪਾਉਂਦੇ ਆ ਕਿ ਪ੍ਰਧਾਨ ਮੰਤਰੀ ਕੌਣ ਹੋਏਗਾ। ਔਰ ਦੂਸਰੀ ਗੱਲ ਉੱਥੇ ਫਿਲਮ ਸਟਾਰ ਸਨੀ ਦਿਓਲ ਨੇ ਪੰਜਾਬ ਤੋਂ ਬਿਲੋਂਗ ਕਰਦੇ ਸੀ, ਐਂਟਰੀ ਮਾਰੀ ਔਰ ਸਨੀ ਦਿਓਲ ਨੂੰ ਪੰਜਾਬ ਦੇ ਲੋਕ ਬਹੁਤ ਉਸ ਵੇਲੇ ਪਸੰਦ ਕਰਦੇ ਸੀ। ਅੱਜ ਦੀ ਡੇਟ 'ਚ ਚਾਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਉਸਦੇ ਵਿੱਚ ਥੋੜਾ ਬਹੁਤ ਫਰਕ ਆ ਗਿਆ ਹੋਵੇ, ਪਰ ਉਸ ਵੇਲੇ ਸਨੀ ਦਿਓਲ ਇੱਕ ਬਹੁਤ ਵੱਡਾ ਚਿਹਰਾ ਸੀ। ਠੀਕ ਹੈ, ਤਾਂ ਉਸ ਤੋਂ ਬਾਅਦ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੀ ਵੋਟ 2019 ਦੇ ਵਿੱਚ ਹੋਰ ਘਟ ਗਈ, 1% ਤੋਂ ਵੀ ਨੀਚੇ ਚਲੀ ਗਈ। ਇਹ ਵੀ ਉਹਨਾਂ ਦੇ ਲਈ ਚਿੰਤਾ ਵਾਲਾ ਜ਼ਿਕਰ ਹੈ। ਇਨਫੈਕਟ ਪਠਾਨਕੋਟ ਦੇ ਇਲਾਕੇ ਦੇ ਵਿੱਚ ਜਾ ਕੇ, ਸੁਜਾਨਪੁਰ ਵਾਲੇ ਇਲਾਕੇ ਜਾ ਕੇ ਅਰਵਿੰਦ ਕੇਜਰੀਵਾਲ ਉੱਥੇ ਤਿਰੰਗਾ ਯਾਤਰਾ ਕੱਢਦੇ ਨੇ। ਮੈਂ ਵਾਰ-ਵਾਰ ਕਹਿ ਰਿਹਾ ਕਿ ਬਹੁਤ ਫੋਕਸ ਕੀਤਾ ਆਮ ਆਦਮੀ ਪਾਰਟੀ ਨੇ। ਖੈਰ ਇੱਕ ਵਾਰੀ ਅਸੀਂ ਕੈਂਡੀਡੇਟ ਦੇਖ ਲੈਂਦੇ ਹਾਂ। 0.35% ਦਾ ਮੈਂ ਜ਼ਿਕਰ ਕਰ ਦਿੱਤਾ ਸੀ, ਜ਼ਮਾਨਤ ਜ਼ਬਤ ਹੋ ਗਈ ਸੀ ਉੱਥੇ, ਤਾਂ 1% ਵੋਟ ਵੀ ਹਾਸਲ ਨਹੀਂ ਹੋਈ ਸੀ ਆਮ ਆਦਮੀ ਪਾਰਟੀ ਨੂੰ। ਉਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਉੱਤੇ ਇੱਕ ਨਜ਼ਰ ਪਾਉਂਦੇ ਹਾਂ। ਉਸ ਤੋਂ ਬਾਅਦ ਸੁਣਾਵਾਂਗੇ ਕੀ ਕੁਝ ਕਹਿੰਦੇ ਆ ਸੁਜਾਨਪੁਰ ਦੇ ਲੋਕ। ਕੈਂਡੀਡੇਟਸ, ਜੀ ਹਾਂ, ਕੈਂਡੀਡੇਟਸ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਰਾਜਕੁਮਾਰ ਗੁਪਤਾ ਸ਼੍ਰੋਮਣੀ ਅਕਾਲੀ ਦਲ ਤੋਂ, ਨਰੇਸ਼ ਪੁਰੀ ਇਸ ਵਾਰ ਇੰਟਰਸਟਿੰਗ ਹੈ ਕਾਂਗਰਸ ਤੋਂ ਲੜ ਰਹੇ ਨੇ। ਨਰੇਸ਼ ਪੁਰੀ ਪਿਛਲੀ ਵਾਰ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਉਤਰੇ ਹੋਏ ਸੀ ਔਰ ਕਰੀਬ 30,000 ਦੇ ਨੇੜੇ ਵੋਟਾਂ ਲੈ ਗਏ ਸੀ। ਮੈਂ ਪਹਿਲੇ ਵਾਲਾ ਗ੍ਰਾਫਿਕ ਦਿਖਾਊਂਗਾ ਦੁਬਾਰਾ। ਨਰੇਸ਼ ਪੁਰੀ ਦਾ ਉਮੀਦ ਹੈ ਉਸ ਦੇ ਵਿੱਚ ਨਾਮ ਹੋਏਗਾ। ਅਮਿਤ ਸਿੰਘ ਮੰਟੂ ਆਮ ਆਦਮੀ ਪਾਰਟੀ ਦੇ ਔਰ ਬੀਜੇਪੀ ਦੇ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ, ਜੋ ਅਸੀਂ ਜ਼ਿਕਰ ਕਰ ਰਹੇ ਹਾਂ। ਦਿਨੇਸ਼ ਸਿੰਘ ਬੱਬੂ ਦੁਬਾਰਾ ਇਸ ਵਾਰ ਕੈਂਡੀਡੇਟ ਦੁਬਾਰਾ 2017 ਵਾਲਾ ਜੇਕਰ ਅਸੀਂ ਗ੍ਰਾਫਿਕ ਦਿਖਾ ਸਕੀਏ, ਨਰੇਸ਼ ਪੁਰੀ ਉਸ ਦੇ ਵਿੱਚ ਹੋਪਫੁਲੀ ਨਾਮ ਜ਼ਰੂਰ ਹੋਣਾ ਚਾਹੀਦਾ। ਬਹੁਤ ਇੰਟਰਸਟਿੰਗ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਸਮੀਕਰਨ ਬਦਲੇ ਨੇ। ਇਹ ਵਰਸਿਸ ਵਾਲਾ ਗ੍ਰਾਫਿਕ ਹੈ। ਇੱਕ ਹੋਰ ਗ੍ਰਾਫਿਕ ਹੈ, ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪਹਿਲੇ ਨੰਬਰ ਦੇ ਉੱਤੇ ਗ੍ਰਾਫਿਕ ਆਇਆ ਸੀ। ਤਾਂ ਸਵਾਲ ਇਹੀ ਹੈ ਕਿ ਆਖਿਰ ਇਸ ਵਾਰ ਵੀ ਬੀਜੇਪੀ ਨੂੰ ਉਸ ਤਰੀਕੇ ਦੇ ਉੱਥੇ ਸਮਰਥਨ ਮਿਲਦਾ ਹੈ ਜਾਂ ਨਹੀਂ ਮਿਲਦਾ। ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਇਹ ਸਮੀਕਰਨ ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ ਦੇ ਸਮੀਕਰਨ। ਔਰ ਇਸ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਗੌਰਵ ਆਮ ਆਦਮੀ ਪਾਰਟੀ ਦੇ ਲਈ ਹੈ ਕਿ ਜਿਨ੍ਹਾਂ ਦੀ 1% ਵੋਟ ਸੀ, ਜੇ ਉਹਨਾਂ ਨੇ ਇਹ ਸੀਟ ਜਿੱਤਣੀ ਹੈ ਤਾਂ ਘੱਟੋ ਘੱਟ ਉੱਥੇ 37-38% ਵੋਟ ਚਾਹੀਦੀ ਹੈ ਤਾਂ ਉਹ ਸੀਟ ਜਿੱਤ ਸਕਦੇ ਹੈ। ਸੋ 1% ਵੋਟ ਤੋਂ 37% ਵੋਟ ਤੇ ਪਹੁੰਚਣਾ, 36% ਤੇ ਪਹੁੰਚਣਾ, 30-35% ਵੋਟ ਕਿਵੇਂ ਤੁਸੀਂ ਕਿਸ ਲਿਹਾਜ਼ ਨਾਲ ਇਕੱਠੀ ਕਰੋਗੇ, ਚਲੋ ਇਹ ਸਭ ਤੋਂ ਵੱਡਾ ਚੈਲੰਜ। ਮੈਂ ਜ਼ਿਕਰ ਕਰ ਰਿਹਾ ਸੀ ਇਸ ਗ੍ਰਾਫਿਕ ਦੇ ਵਿੱਚ ਨਾਮ ਨਹੀਂ ਹੈ ਨਰੇਸ਼ ਪੁਰੀ ਦਾ, ਪਰ ਨਰੇਸ਼ ਪੁਰੀ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਉਹ ਸੀਟ ਤੋਂ ਲੜੇ ਸੀ ਔਰ ਕਿਤੇ ਨਾ ਕਿਤੇ ਕਾਂਗਰਸ ਤੋਂ ਟਿਕਟ ਨਾ ਮਿਲਣ ਦੀ ਵਜ੍ਹਾ ਨਾਲ ਇਸ ਵਾਰ ਕਾਂਗਰਸ ਤੋਂ ਟਿਕਟ ਮਿਲੀ ਹੈ। ਔਰ ਨਰੇਸ਼ ਪੁਰੀ ਕੀ ਕਮਾਲ ਕਰ ਪਾਉਂਦੇ ਨੇ ਜਾਂ ਨਹੀਂ, ਇੱਕ ਵੱਡਾ ਸਵਾਲ ਹੈ। ਇਹ ਜ਼ਿਆਦਾ ਵੱਡਾ। ਸੁਣਵਾਨੀਆ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਸੁਜਾਨਪੁਰ ਦੇ ਲੋਕ। ਮੁੱਦਿਆਂ ਦੇ ਪਤਾ ਨਹੀਂ, ਵਿਕਾਸ ਬੜਾ ਘੱਟ ਹੋਇਆ ਸੁਜਾਨਪੁਰ 'ਚ ਇਲੈਕਸ਼ਨ ਕਾਰਨ। ਜਿਹੜੇ ਪਿਛਲੇ 5 ਸਾਲ ਤੋਂ ਐਮਐਲਏ ਸੀ ਸਾਡੇ ਸੁਜਾਨਪੁਰ ਦੇ ਹਲਕੇ 'ਚ ਕੋਈ ਨਿਵਾਸ ਨਹੀਂ ਹੋਇਆ ਇਹਨਾਂ ਬਾਰੇ। ਸਰ ਕਾਂਗਰਸ ਸਰਕਾਰ ਬਣੀ ਚਾਹੀਦੀ ਸੁਜਾਨਪੁਰ 'ਚ। ਸਾਰੇ ਹੱਲ ਹੋਣਗੇ ਜੀ, ਅਕਾਲੀ ਦਲ ਸਰਕਾਰ ਆਏਗੀ ਤੇ ਸਾਰੇ ਹੱਲ ਹੋਣਗੇ। ਸਰ ਇਸ ਵਾਰੀ ਅਸੀਂ ਬਿੱਟੂ ਪ੍ਰਧਾਨ ਨੂੰ ਜਿਤਾਉਣਾ ਚਾਹਾਂਗੇ ਕਿਉਂਕਿ ਆਉਣ ਵਾਲੇ ਜਿਹੜਾ ਸਮਾਂ ਹੈ ਉਹ ਸਾਰਿਆਂ ਲਈ ਵਧੀਆ ਹੋਵੇ। ਜਿੰਨੇ ਵੀ ਅੱਗੇ ਨੇਤਾ ਆਏ ਨਾ, ਕੋਈ ਵੀ ਕੰਮ ਨਹੀਂ ਕਰਾਇਆ, ਕੋਈ ਵੀ ਸੁਣਵਾਈ ਨਹੀਂ ਹੋਈ।
जो कि अज सुजानपुर दी जेह्ड़े इलैक्शन होने जा रहे हैं विधान सभा दे, एक चेहरा देख के एदकी वोट पैने, एक पार्टी देख के नहीं वोट पैने। ਹੁਣ ਅਸੀਂ ਅੱਗੇ ਵਧਦੇ ਹਾਂ ਤੇ ਮਾਝੇ ਤੋਂ ਬਾਅਦ ਰੁਕ ਕਰਾਂਗੇ ਹੁਣ ਦੁਆਬੇ ਦਾ। ਦੁਆਬੇ ਦੇ ਵਿੱਚ ਬਹੁਤ ਹਾਈ ਪ੍ਰੋਫਾਈਲ ਸੀਟ ਬਣ ਚੁੱਕੀ ਹੈ ਸੁਲਤਾਨਪੁਰ ਲੋਧੀ ਦੀ, ਉੱਥੇ ਦਾ ਜ਼ਿਕਰ ਕਰਾਂਗੇ ਕਿਉਂਕਿ ਇੱਥੇ ਕਾਂਗਰਸੀ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ। ਤਾਂ ਬਿਲਕੁਲ ਨਜ਼ਰ ਪਾਉਣੇ ਆ ਸੁਲਤਾਨਪੁਰ ਲੋਧੀ ਸੀਟ ਤੇ ਨਵਤੇਜ ਸਿੰਘ ਚੀਮਾ ਇਸ ਵੇਲੇ ਮੌਜੂਦਾ ਵਿਧਾਇਕ ਨੇ 41,843 ਵੋਟਾਂ ਲੈ ਕੇ ਗਏ ਸੀ। 38% ਦੇ ਕਰੀਬ ਉਹਨਾਂ ਨੂੰ ਵੋਟ ਪਈ। ਅਕਾਲੀ ਦਲ ਦੇ ਬੀਬੀ ਉਪਿੰਦਰਜੀਤ ਕੌਰ ਸਾਬਕਾ ਮੰਤਰੀ ਰਹਿ ਚੁੱਕੇ ਨੇ, एजुकेशन मिनिस्टर रह चुके हैं पंजाब के, उन्होंने वोटां पईयां 33,000 करीब 31%। और सज्जन सिंह चीमा इस बार फिर चोण मैदान दे विच ने आम आदमी पार्टी वालों 25% वोट लैके गए 28,017, यानी बहुत नेड़े उन्होंने अपड़ गए सी सज्जन सिंह चीमा पिछली बार। सो इस बार भी सेम उम्मीदवार ने, पर इस बार सब तो वड्डा चैलेंज जिहड़ा है नवतेज सिंह चीमा दे लई कि उन्होंने कुलीग उन्होंने पार्टी के मंत्री राणा गुरजीत सिंह ने मोर्चा खोलिया होया है नवतेज चीमा के खिलाफ ते अपने बेटे इंदर प्रताप सिंह नूं चोण मैदान दे विच उतार दिता है नवतेज चीमा के खिलाफ। और सीधा सीधा न्यूज़ 18 ते भी उन्होंने चैलेंज दिता सी नवतेज चीमा नूं लाइव शो दे विच कि मैं इसनूं हरावांगा ही हरावांगा और मेरा बेटा आजाद तौर पर जित दर्ज करेगा। सो बड़े इंटरस्टिंग समीकरण ने सुल्तानपुर लोधी दे। बिल्कुल, तो ये 28,000 वोटां जिहड़ियां आम आदमी पार्टी नूं मिलियां सी, इस बार किन्नियां मिलदियां ने नहीं मिलदियां एक बड़ा सवाल है। पर खास ये भी है कि माझे दे विच तां खाता ही नहीं खुलिया आम आदमी पार्टी का 2017 दे विच। दूजा दुआबे दे विच जिहदा असीं जिक्र कर रहे हैं, दुआबे दे विच सिर्फ 2 सीटां मिलियां सी 23 सीटां दे विचों। बड़े इंटरस्टिंग होने फैक्ट्स और वो सी एक गढ़शंकर ते दूजी भुलत्थ दी सीट। और इस बार उत्थे की कमाल कर दी आम आदमी पार्टी, एक वड्डी गल होएगी। पर जो जिक्र असीं कर रहे हैं कि हुण वर्सेस वाली गल भी होनी चाहिए। 2017 और 2019 ਦੀਆਂ ਲੋਕ ਸਭਾ ਸੀਟਾਂ ਦੇ ਵਿੱਚ ਕੀ ਕੁਝ ਬਦਲਿਆ ਹੈ। ਖਡੂਰ ਸਾਹਿਬ ਸੀਟ ਦੇ ਵਿੱਚ ਆਉਂਦਾ ਹੈ ਸੁਲਤਾਨਪੁਰ ਲੋਧੀ ਦਾ ਵਿਧਾਨ ਸਭਾ ਹਲਕਾ। 2017 ਚ ਕਾਂਗਰਸ ਨੇ ਇੱਥੇ 38% ਵੋਟ ਹਾਸਲ ਕੀਤੀ ਸੀ ਔਰ ਖਡੂਰ ਸਾਹਿਬ ਦੇ ਵਿੱਚ ਜਸਬੀਰ ਡਿੰਪਾ ਜਿੱਤਦੇ ਨੇ, ਕਾਂਗਰਸ ਦੀ ਜਿੱਤ ਹੋਈ ਸੀ ਕਰੀਬ 48% ਵੋਟਾਂ ਉੱਥੇ ਹਾਸਲ ਕਰ ਲਈਆਂ ਸੀ, ਯਾਨੀ ਕਿ ਕਾਂਗਰਸ ਦਾ ਕਰੀਬ 10% ਵੋਟ ਬੈਂਕ ਵੱਧਦਾ ਏ 2017 ਤੋਂ 2019 ਤੱਕ ਪਹੁੰਚਦੇ। ਲੋਕ ਸਭਾ ਵਿਧਾਨ ਸਭਾ ਅਲੱਗ-ਅਲੱਗ ਹੁੰਦੀਆਂ ਨੇ, ਮੁੱਦੇ ਅਲੱਗ, ਚਿਹਰੇ ਅਲੱਗ, ਪਰ ਕਿਤੇ ਨਾ ਕਿਤੇ ਲੋਕਾਂ ਨੇ ਕਾਂਗਰਸ ਨੂੰ ਵੋਟ ਤਾਂ ਜ਼ਰੂਰ ਦਿੱਤਾ ਹੈ। श्रोमणी अकाली दल के जे आंकड़े देखिए 31% वोट पई श्रोमणी अकाली दल नूं। और उस तो बाद उस दे विच मैं चाहूँगा दोबारा एक बार वो ग्राफिक स्क्रीन पर आवे, उसदे विच ਜਿਹੜੀਆਂ ਫਿਗਰਸ ਨੇ ਉਹ ਜ਼ਿਕਰ ਕਰਨੀਆਂ ਬਹੁਤ ਬਣਦੀਆਂ ਨੇ ਗੌਰਵ ਕੈਂਡੀਡੇਟਸ ਤੋਂ ਇਲਾਵਾ। ਆਪਾਂ ਕੈਂਡੀਡੇਟਸ ਤੇ ਆਵਾਂਗੇ। ਅਕਾਲੀ ਦਲ ਦੀ ਫਿਗਰ ਦੇਖੋ 31.22% ਆਈ, ਕੁਝ ਫਰਕ ਪਿਆ ਲੋਕ ਸਭਾ ਦੇ ਵਿੱਚ 28.3% ਰਹਿ ਗਈ, 3% ਨੀਚੇ ਗਿਰੀ। ਪਰ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਵੋਟ ਬੈਂਕ ਦੇਖੋ, ਵੋਟ ਸ਼ੇਅਰ 25.97, 26% ਵੋਟ ਬੈਂਕ ਤੋਂ 1.12% ਵੋਟ ਬੈਂਕ ਤੇ ਆਏ 2019 ਦੇ ਵਿੱਚ, 2 ਸਾਲਾਂ ਦੇ ਵਿੱਚ। ਸੋ फिर वही चैलेंज मैं दोबारा कहूंगा कि 1.12 तो फिर 35, 36, 38 ते जाना पड़ेगा जे ए सीट जितनी है। चेहरे देखते हैं, बिल्कुल चेहरे देखते हैं कि किहड़े-किहड़े चेहरे इस बार मैदान दे विच ने। सुल्तानपुर लोधी विधान सभा हल्के तो नवतेज चीमा दा असीं लगातार जिक्र कर ही रहे हैं, जिहड़े मौजूदा विधायक ने एक बार फिर तो मैदान दे विच उतारे गए ने कांग्रेस दे वल्लों। कैप्टन हरमिंदर सिंह नूं श्रोमणी अकाली दल दे वल्लों टिकट दित्ती गई है, नवतेज चीमा नूं दोबारा कांग्रेस दे वल्लों उम्मीदवार बनाया गया। आम आदमी पार्टी दा असीं जिक्र कर रहे हैं, सज्जन सिंह चीमा नूं उम्मीदवार बनाया गया है ते राणा इंदर प्रताप। बहुत इंटरस्टिंग पूरी जिहड़ी सुल्तानपुर लोधी दी सीट है और राणा इंदर प्रताप ने इंटरस्टिंग की है। और इस दे विच एक इंटरस्टिंग फैक्ट हो रहा है सज्जन सिंह चीमा ते गौरव के सज्जन सिंह चीमा उस बाद पार्टी छड्ड गए, वो दूसरी पार्टी चले गए, फिर उस तो बाद हुण वापस आम आदमी पार्टी फिर आए है ते फिर राणा इंदर प्रताप दा असीं जिक्र कर रहे हैं। ये आजाद दे तौर दे उत्ते पर्चा भरनगे जो राणा गुरजीत दे, और राणा गुरजीत दे बेटे ने राणा इंदर प्रताप। और इत्थों तक भी राणा गुरजीत ने ये चैलेंज दे के गल कही है नवतेज सिंह चीमा नूं कि जे मेरा बेटा इस सीट तो हार गया तो मैं सियासत छड्ड देवांगा। खैर सियासत का जिक्र हो रहा है, राणा गुरजीत के हल्के का असीं जिक्र करांगे, पर उस तो पहला सुनो कि सुल्तानपुर लोधी के लोग की कहते। सुखबीर सिंह बादल की सरकार लियावांगे, असीं अकाली दल नाल खड़े आ, सारी उम्र खड़े रवांगे। सरकार तो कांग्रेस की बनेगी जी, नेचुरली सरकार तो कांग्रेस की, मेन वोट कांग्रेस का ही है। जो सुल्तानपुर दे विच सब तो ज़्यादा एक सानू लोड़ है जी सेहत पक्षों, इत्थे चंगा हॉस्पिटल बने, इत्थे किसी भी व्यक्ति नूं कोई भी एमरजेंसी प्रॉब्लम आती है तो वो 50 किलोमीटर 60 किलोमीटर या 70 किलोमीटर दूर लुधियाना। भाई सब तो पहला तो पूरे पंजाब दे विच करप्शन का माहौल आ, ठीक है जी, सारियां सरकारां ते करप्शन नाल भरियां होईयां, पर फिर भी ऐगती इरादा वजन दिया कि अकाली सरकार नूं ऐगती दी वारी फिर मौका दिता जाए।
ਤਾਂ ਸੁਲਤਾਨਪੁਰ ਲੋਧੀ ਸੀਟ ਦਾ ਅਸੀਂ ਜ਼ਿਕਰ ਕਰ ਰਹੇ ਸੀ, ਇਹਦੇ ਨਾਲ ਹੀ ਜੁੜੀ ਸੀਟ ਕਪੂਰਥਲਾ, ਕਿਉਂਕਿ ਦੋਨੇ ਸੀਟਾਂ ਦਾ ਆਪਸ ਦੇ ਵਿੱਚ ਗਹਿਰਾ ਸੰਬੰਧ ਹੈ। ਵਾਰ-ਵਾਰ ਅਸੀਂ ਰਾਣਾ ਗੁਰਜੀਤ ਸਿੰਘ ਦਾ ਔਰ ਨਵਤੇਜ ਚੀਮਾ ਦਾ ਜ਼ਿਕਰ ਕਰਦੇ ਹਾਂ। ਗ੍ਰਾਫਿਕਸ ਤੇ ਦਿਖਾਵਾਂਗੇ ਕੀ ਰਿਜ਼ਲਟ ਰਹੇ ਨੇ ਪਿਛਲੇ 2017 ਦੇ। ਬਿਲਕੁਲ, ਰਾਣਾ ਗੁਰਜੀਤ ਨੇ ਉੱਥੇ ਜਿੱਤ ਹਾਸਲ ਕੀਤੀ ਸੀ, ਕੈਬਨਿਟ ਮੰਤਰੀ ਬਣੇ ਸੀ, ਫਿਰ ਇਲਜ਼ਾਮ ਲੱਗੇ, ਕੈਬਨਿਟ ਦੀ ਕੁਰਸੀ ਚਲੀ ਗਈ, ਫਿਰ ਕੈਪਟਨ ਅਮਰਿੰਦਰ ਸਿੰਘ ਚਲੇ ਗਏ, ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਿਆ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਕੈਬਨਿਟ ਨਵੀਂ ਵਜ਼ਾਰਤ ਦੇ ਵਿੱਚ ਥਾਂ ਮਿਲ ਗਈ। ਪਰ ਇੱਕ ਵੱਡੇ ਵੋਟ ਬੈਂਕ ਦੇ ਨਾਲ ਇੱਕ ਕਨਵਿੰਸਿੰਗ ਜਿੱਤ ਤੁਸੀਂ ਕਹਿ ਸਕਦੇ ਹੋ, ਵਨ ਸਾਈਡਡ ਮੁਕਾਬਲਾ ਇਸ ਨੂੰ ਕਹਿ ਸਕਦੇ ਹੋ, ਜਿਸ ਤਰੀਕੇ ਨਾਲ ਉੱਥੇ ਉਹਨਾਂ ਦੇ ਵੱਲੋਂ ਬਣਾ ਦਿੱਤਾ ਗਿਆ ਸੀ ਐਡਵੋਕੇਟ ਪਰਮਜੀਤ ਸਿੰਘ ਨੂੰ ਹਰਾ ਕੇ। ਔਰ ਦੂਜੇ ਔਰ ਪਹਿਲੇ ਦੇ ਵਿੱਚ ਫਰਕ ਬਹੁਤ ਸੀ, 27000 ਵੋਟਾਂ, ਉਧਰ 55000 ਵੋਟਾਂ, ਤਾਂ ਤੁਸੀਂ ਕਹਿ ਸਕਦੇ ਹੋ ਕਿ ਵੱਡੀ ਅੱਧੋ-ਅੱਧ ਦਾ ਫਰਕ ਸੀ ਔਰ ਬਹੁਤ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਸੀ। ਔਰ ਵੋਟ ਪਰਸੈਂਟੇਜ ਵੀ ਦੱਸ ਰਿਹਾ ਹੈ ਕਿ ਕਰੀਬ 53% ਵੋਟ, 53.75 ਇਧਰ 26%, 26% ਵਨ ਸਾਈਡਡ ਮੁਕਾਬਲਾ ਤੁਸੀਂ ਕਹਿ ਸਕਦੇ ਹੋ। ਤੇ ਇਸ ਵਾਰ ਕੀ ਹੁੰਦਾ ਹੈ, ਖੈਰ ਇਹ ਵੋਟਾਂ ਵੀ ਹੁੰਦੀਆਂ ਨੇ ਜਦੋਂ ਲੀਡਰ ਬਹੁਤ ਵੱਡੇ ਆ ਕੇ ਬਿਆਨ ਦਿੰਦੇ ਨੇ, ਔਰ ਇਹ ਵੋਟਾਂ ਦੀ ਪਰਸੈਂਟੇਜ ਵੀ ਕਿਤੇ ਨਾ ਕਿਤੇ ਉਹਨਾਂ ਦੇ ਬਿਆਨਾਂ ਦੇ ਵਿੱਚ ਜ਼ਰੂਰ ਬੋਲਦੀ ਹੈ। ਕਿਹਾ ਜਾਂਦਾ ਹੈ ਕਿ ਦੁਆਬੇ ਦੇ ਵਿੱਚ ਚੰਗਾ ਆਧਾਰ ਰੱਖਦੇ ਨੇ ਰਾਣਾ ਗੁਰਜੀਤ, ਔਰ ਖਾਸ ਤੌਰ ਤੇ ਇਹਨਾਂ ਸੀਟਾਂ ਦੇ ਉੱਤੇ, ਚਾਹੇ ਭੁਲੱਥ ਹੋਵੇ ਔਰ ਚਾਹੇ ਇਹਨਾਂ ਦੀ ਆਪਣੀ ਕਪੂਰਥਲਾ ਹੋਵੇ ਜਾਂ ਫਿਰ ਦੂਜੇ ਪਾਸੇ ਸੁਲਤਾਨਪੁਰ ਲੋਧੀ ਹੋਵੇ। ਵਰਸਸ ਦੇਖਦੇ ਹਾਂ ਕਿ 2017 ਤੇ 19 ਚ ਕੀ ਫਰਕ ਸੀ। 53% ਵੋਟ ਰਾਣਾ ਗੁਰਜੀਤ ਸਿੰਘ ਲੈ ਕੇ ਗਏ, ਪਰ ਜਦੋਂ ਕਪੂਰਥਲਾ ਚ ਆ ਕੇ ਉਹ ਘਟ ਗਿਆ 2019 ਦੇ ਵਿੱਚ, 45% ਵੋਟ ਬੈਂਕ ਰਹਿ ਗਿਆ। ਉਸ ਤੋਂ ਬਾਅਦ ਅਕਾਲੀ ਦਲ ਦਾ 26 ਸੀ, ਉਹ ਵੱਧ ਕੇ 36.95% ਹੋ ਗਿਆ। ਆਮ ਆਦਮੀ ਪਾਰਟੀ 17% ਤੋਂ 1% ਤੇ ਆ ਗਈ, 1.5% ਵੋਟ ਬੈਂਕ ਆਮ ਆਦਮੀ ਪਾਰਟੀ ਦਾ ਰਹਿ ਗਿਆ। ਸੋ ਇੱਥੇ ਵੀ ਗੌਰਵ ਸੇਮ ਚੈਲੰਜ ਹੈ, ਬਿਲਕੁਲ ਬਹੁਤ ਵੱਡਾ ਚੈਲੰਜ ਹੈ। 1% ਤੋਂ 40% ਤੇ ਜਾਣਾ ਪੈਣਾ ਤਾਂ ਸੀਟ ਜਿੱਤੀ ਜਾਏ। ਤੁਸੀਂ ਸੰਗਰੂਰ ਨੂੰ ਛੱਡ ਦਿਓ, ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਜਿਹੜੀਆਂ ਸੀਟਾਂ ਆਉਂਦੀਆਂ ਜਿੱਥੇ ਭਗਵੰਤ ਮਾਨ ਜਿੱਤੇ ਸੀ, ਬਾਕੀ ਸਾਰੀ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਲਈ ਇਹ ਬਹੁਤ ਵੱਡਾ ਚੈਲੰਜ ਆ। ਅਸੀਂ ਇਹ ਵੀ ਵਾਰ-ਵਾਰ ਕਹਿ ਰਹੇ ਹਾਂ ਕਿ ਵਿਧਾਨ ਸਭਾ ਤੇ ਲੋਕ ਸਭਾ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ, ਇਸ਼ੂਜ਼ ਅਲੱਗ ਹੁੰਦੇ ਨੇ, ਪਰ ਇੱਥੇ ਪਤਾ ਲੱਗਦਾ ਕਿ ਜਿਹੜਾ ਪਾਰਟੀ ਦਾ ਕੈਡਰ ਕਿੱਥੇ ਹੈ। ਜੇ ਕੈਡਰ ਹੋਊਗਾ ਤਾਂ ਫਿਰ ਵੋਟ ਪਰਸੈਂਟੇਜ ਦੇ ਵਿੱਚ ਨਜ਼ਰ ਆਏਗਾ ਹੀ ਆਏਗਾ। ਫਰੀਦਕੋਟ ਦੀ ਸੀਟ ਅਕਾਲੀ ਦਲ ਨੇ ਹਾਰੀ, ਪਰ ਵੋਟ ਪਰਸੈਂਟੇਜ ਵਧਿਆ, ਕਰੀਬ 36-37% ਉੱਥੇ ਵੋਟਾਂ ਪੈ ਗਈਆਂ, ਔਰ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਗਈ ਸੀ ਉਹ ਇੱਕ ਤਰੀਕੇ ਨਾਲ ਵਾਪਸ ਉਧਰ ਗਈ। ਕੈਂਡੀਡੇਟਸ ਅਸੀਂ ਦਿਖਾ ਰਹੇ ਹਾਂ ਟੀਵੀ ਸਕਰੀਨ ਤੇ। ਰਾਣਾ ਗੁਰਜੀਤ ਸਿੰਘ ਦੁਬਾਰਾ ਚੋਣ ਮੈਦਾਨ ਦੇ ਵਿੱਚ ਨੇ। ਇਸ ਵਾਰ ਫਿਰ ਆਮ ਆਦਮੀ ਪਾਰਟੀ ਵੱਲੋਂ ਮੰਜੂ ਰਾਣਾ ਨੂੰ ਜਿਹੜਾ ਹੈ ਉਮੀਦਵਾਰ ਬਣਾਇਆ ਗਿਆ। ਸਾਬਕਾ ਜੱਜ ਨੇ ਰਣਜੀਤ ਸਿੰਘ ਖੋਜੇਵਾਲਾ ਜਿਹੜੇ ਨੇ ਇਹ ਸ਼੍ਰੋਮਣੀ ਬੀਜੇਪੀ ਤੋਂ ਨੇ, ਔਰ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ ਹੈ ਇਹ ਸੀਟ। ਅਕਾਲੀ ਦਲ ਨੇ ਗੱਠਜੋੜ ਦੇ ਤਹਿਤ ਇਹ ਸੀਟ ਬਹੁਜਨ ਸਮਾਜ ਪਾਰਟੀ ਨੂੰ ਛੱਡਤੀ। ਦਪਿੰਦਰ ਸਿੰਘ ਟਪਈ ਜਿਹੜੇ ਨੇ ਉਹ ਇਸ ਸੀਟ ਤੋਂ ਕੈਂਡੀਡੇਟ ਨੇ। ਬਿਲਕੁਲ, ਇਸ ਸੀਟ ਤੋਂ ਕੈਂਡੀਡੇਟ ਅਨਾਉਂਸ ਕੀਤੇ ਗਏ ਨੇ। ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਰੋਜ਼ ਤੁਹਾਡੀ ਸੀਟ ਜਿਹੜੀ ਵੀ ਹੈ, ਜਿਹੜਾ ਵੀ ਤੁਹਾਡਾ ਵਿਧਾਨ ਸਭਾ ਹਲਕਾ ਉੱਥੇ ਤੱਕ ਵੀ ਪਹੁੰਚੀਏ। ਉੱਥੇ ਦੇ ਸਮੀਕਰਨ ਕੀ ਨੇ, 2017 ਤੇ 19 ਦੇ ਵਿੱਚ ਕਿਵੇਂ ਸਮੀਕਰਨ ਬਦਲੇ ਨੇ ਤੇ 2022 ਦੇ ਵਿੱਚ ਕੀ ਕੁਝ ਖਾਸ ਹੈ, ਉਹ ਤੁਹਾਡੇ ਤੱਕ ਪਹੁੰਚਾ ਸਕੀਏ। ਔਰ ਇਸੇ ਤਰ੍ਹਾਂ ਸਾਡੀ ਇਹ ਕਵਰੇਜ ਜਾਰੀ ਰਹੇਗੀ। ਪਰ ਅੱਜ ਦੇ ਲਈ ਇਸ ਖਾਸ ਪੇਸ਼ਕਸ਼ ਦੇ ਵਿੱਚ ਨਹੀਂ, ਇਜਾਜ਼ਤ ਦਿਓ ਸਾਨੂੰ। ਧੰਨਵਾਦ।